9 ਸਿੱਖ ਰੈਜੀਮੈਂਟ ਜੀ, ਪਿਓਰ ਸਿੱਖ ਰੈਜੀਮੈਂਟ ਸੀ। ਸਭ ਤੋਂ ਪਹਿਲੋਂ ਇਹ ਜਿਹੜੀ ਸੀਗੀ ਪੈਰ ਉਹਨਾਂ ਨੇ ਇਹ ਕਦਮ ਚੁੱਕਿਆ ਸੀ ਕਿ ਉਹਨਾਂ ਦੇ 400-450 ਬੰਦਿਆਂ ਨੇ ਜਾਨੀ ਫੌਜੀਆਂ ਨੇ ਬੈਰਕਾਂ ਛੱਡੀਆਂ ਸੀ। ਸਿਵਲ ਕੋਟਿੰਗ ਬੈਂਟਰੀ ਹੁੰਦੀ ਆ ਵੀ ਆਰਟੀ ਦੀ ਹੁੰਦੀ ਆ ਜੀ, ਉਹਦੇ ਵੀ ਕੋਤ ਸਾਡੀ ਯੂਨਿਟ ਦੇ ਵਿੱਚ ਸੀ। ਸਾਰੇ ਕੋਤ ਅਸੀਂ ਤੋੜੇ ਸੀ ਤੇ ਅਸੀਂ ਉੱਥੋਂ ਮੁੜ ਕੇ ਫਿਰ ਉਹ ਸਾਰਾ ਐਮਨੀਸ਼ਨ ਲੈ ਕੇ ਤੁਰ ਪਏ। ਕਿਸੇ ਵੀ ਸੜਕ ਦਾ, ਕਿਸੇ ਦਿਸ਼ਾ ਦਾ ਵੀ ਇੱਧਰ ਦਿੱਲੀ ਆ, ਇੱਧਰ ਪੰਜਾਬ ਆ ਜਾਂ ਇੱਧਰ ਫਲਾਣਾ, ਸਾਨੂੰ ਕੁਝ ਪਤਾ ਨਹੀਂ ਸੀ। ਉਸ ਤੋਂ ਬਾਅਦ ਅਸੀਂ ਪਛਤਾਉਂਦੇ ਰਹੇ ਵੀ ਜੇ ਸਾਨੂੰ ਇੰਨਾ ਕੁ ਪਤਾ ਲੱਗ ਜਾਂਦਾ ਵੀ ਦਿੱਲੀ ਤਾਂ ਇੱਥੋਂ ਲੱਗ ਗਈ ਆ ਤੇ ਅਸੀਂ ਗਨ ਲੈ ਕੇ ਦਿੱਲੀ ਵਾਲੇ ਪਾਸੇ ਨੂੰ ਚਲੇ ਜਾਂਦੇ। ਅਸੀਂ ਰਾਸ਼ਟਰਪਤੀ ਭਵਨ ਵਾਲੇ ਪਾਸੇ ਨੂੰ ਇੱਕ ਗੋਲਾ ਸੁੱਟ ਦਿੰਦੇ ਤੇ ਭਾਵੇਂ ਆਪ ਸਾਨੂੰ ਸ਼ਹੀਦੀਆਂ ਦਾ ਕੋਈ ਪਰਵਾਹ ਨਹੀਂ ਸੀ, ਪਰ ਵਰਲਡ ਦੇ ਵਿੱਚ ਸਾਡਾ ਨਾਂ ਹੋਣਾ ਸੀ। ਅਸੀਂ ਉਸ ਚੀਜ਼ ਦਾ ਪਛਤਾਵਾ ਹੈ ਸਾਨੂੰ। ਜੇ ਤੁਸੀਂ ਸਾਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਾਡੇ ਨਾਲ ਮੁਕਾਬਲਾ ਕੀਤਾ, ਤੁਸੀਂ ਸਾਡੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਗੋਲਾ ਬਰੂਦ ਇੰਨਾ ਜ਼ਿਆਦਾ ਹੈ ਤੇ ਸਾਨੂੰ ਤਾਂ ਸ਼ਹੀਦ ਹੋਣ ਦੀ, ਸਾਨੂੰ ਤਾਂ ਮਰਨ ਦੀ ਕੋਈ ਪਰਵਾਹ ਨਹੀਂ। ਅਸੀਂ ਤਾਂ ਮਰਨ ਲਈ ਨਿਕਲੇ ਆ। ਅਸੀਂ ਤਾਂ ਬਾਉਂਸ ਦੀ ਜ਼ਿੰਦਗੀ, ਹੁਣ ਜਿਹੜੀ ਜ਼ਿੰਦਗੀ ਅਸੀਂ ਚੱਲ ਰਹੇ ਹਾਂ ਇਹ ਸਾਡੀ ਬਾਉਂਸ ਦੀ ਜ਼ਿੰਦਗੀ ਆ। ਅਸੀਂ 6225 ਸਾਂ, ਇੰਨੇ ਕੁ 6200 ਬੰਦਾ ਯਾਨੀ ਪੂਰਾ ਇੰਡੀਆ ਦਾ। ਵੀ ਕਿਸੇ ਵੀ ਸੰਸਥਾ ਨੇ ਜਿਹੜੀਆਂ ਸਾਡੀਆਂ ਪਿੱਠ ਤੇ ਸਾਡਾ ਜਾਨੀ ਨਾਂ ਵਰਤ ਕੇ ਧਰਮੀ ਫੌਜੀਆਂ ਦਾ, ਜਿਨ੍ਹਾਂ ਨੇ ਬਾਹਰੋਂ ਵੀ ਬਹੁਤ ਪੈਸਾ ਇਕੱਠਾ ਕਰ ਲਿਆ। ਮੈਂ ਹੁਣ ਕੀ ਨਾਂ ਲਵਾਂ ਇਹਨਾਂ ਦਾ, ਤੁਸੀਂ ਸਮਝ ਹੀ ਗਏ ਹੋਵੋਗੇ। ਇੱਕ ਵੱਡਾ ਟੱਬਰ ਆ ਜਿਹੜਾ, ਸਮਝ ਗਿਆ ਜੀ, ਹਾਂਜੀ, ਇੱਕ ਵੱਡਾ ਟੱਬਰ ਹੈ ਜਿਹੜਾ, ਉਹਨਾਂ ਨੇ ਵੀ ਸਾਡਾ ਨਾਂ ਵਰਤ ਕੇ, ਸਾਨੂੰ ਵਰਤ ਕੇ ਥਰੂ ਜਾਨੀ ਜਿਵੇਂ ਆਂਦੇ ਨੇ ਨਾ ਵਰਤਿਆ ਤੇ ਸੁੱਟਤਾ। ਹਾਂਜੀ, ਇਹਦੇ ਵਿੱਚ ਸਿਆਸੀ ਬੰਦੇ ਵੀ ਸੀ, ਉਹ ਸਿਆਸੀ ਵੀ ਸੀ ਜਿਹੜੇ ਹਾਂ ਦਾ ਨਾਰਾ ਮਾਰਦੇ ਸੀ ਤੇ ਉੱਤੇ ਜਾ ਕੇ ਥਾਪੀ ਦਿਆਉਂਦੇ ਸੀ ਵੀ ਠਈਆ ਕਰੀ ਆਓ। ਪੱਕਾ ਜੀ, ਉਹ ਵੀ ਸੀ। ਵੱਡੇ ਸਿਆਸੀ ਲੀਡਰਾਂ ਦੀ ਗੱਲ ਕਰਦੇ ਹੋ ਜੀ ਵੀ ਇਹਨਾਂ ਨੇ ਕੋਈ ਤੁਹਾਡੀ ਸਾਰ ਲਈ। ਹੁਣ ਮੈਂ ਕੀ ਤੁਹਾਨੂੰ ਕਹਾਂ ਵੀ ਸਾਰ ਸਾਡੀ ਇੰਨੀ ਕੁ ਲਈ ਇਹਨਾਂ ਨੇ, ਇੱਕ ਵਾਰੀ ਆਪ ਦੇ ਮੂੰਹ ਇਹ ਸ਼ਬਦ ਕਹਿਤਾ ਵੀ ਉਹ ਸਾਡੇ ਧਰਮੀ ਫੌਜੀ ਆ ਜੀ। ਦੁਨੀਆ ਨਿੱਜ ਲਈ ਜਿਉਂਦੀ ਤੇ ਨਿੱਜ ਦੀ ਖੋਜੀ ਹੈ, ਪਰ ਇੱਥੇ ਧਰਮ ਲਈ ਕੋਈ ਲੜਦਾ ਤੇ ਕੋਈ ਧਰਮੀ ਫੌਜੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਵਿਰਾਸਤ ਟੀਵੀ ਤੇ ਮੈਂ ਜਸਵਿੰਦਰ ਯਾਦ। ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਮੈਂ ਆਪਣੇ ਸ਼ੇਅਰ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਹੈ ਕਿ ਅੱਜ ਇੱਕ ਵਿਸ਼ੇਸ਼ ਮੁਲਾਕਾਤ ਧਰਮੀ ਫੌਜੀ ਦੇ ਨਾਲ ਹੋਣ ਜਾ ਰਹੀ ਹੈ, ਜਿਨ੍ਹਾਂ ਦਾ ਨਾਮ ਸਰਦਾਰ ਕਿਰਪਾਲ ਸਿੰਘ ਵਾਦੀਆਂ। ਖੈਰ, ਮੈਂ ਤਾਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਉਹ ਕਾਲਾ ਦੌਰ ਜੂਨ 1984 ਤੇ ਮੇਰਾ ਜਨਮ 1986। ਅਸੀਂ ਉਹ ਕਹਾਣੀਆਂ ਵਿੱਚ, ਅਸੀਂ ਉਹ ਨਾਟਕਾਂ ਵਿੱਚ, ਅਸੀਂ ਉਹ ਕਵਿਤਾ ਦੇ ਵਿੱਚ ਸੁਣਿਆ ਹੈ, ਪੜ੍ਹਿਆ ਹੈ, ਪਰ ਮੇਰੇ ਨਾਲ ਉਹ ਸ਼ਖਸੀਅਤ ਅੱਜ ਬਿਰਾਜਮਾਨ ਨੇ ਜਿਨ੍ਹਾਂ ਨੇ ਹੰਢਾਇਆ ਹੈ, ਜਿਨ੍ਹਾਂ ਨੇ ਅੱਖਾਂ ਨਾਲ ਦੇਖਿਆ ਹੈ ਤੇ ਕੰਨਾਂ ਦੇ ਨਾਲ ਉਸ ਬਰੂਦ ਦੀ ਆਵਾਜ਼ ਸੁਣੀ ਹੈ ਤੇ ਨੱਕ ਦੇ ਨਾਲ ਉਸ ਬਰੂਦ ਨੂੰ ਸੁੰਘਿਆ ਤੇ ਡੁੱਲਿਆ ਹੋਇਆ ਖੂਨ ਆਪਣੇ ਜਜ਼ਬਿਆਂ ਦੇ ਨਾਲ ਤਸਵੀਰਾਂ ਦੇ ਰੂਪ ਵਿੱਚ ਹਿਰਦੇ ਦੇ ਵਿੱਚ ਅਲੀਕਿਆ ਹੈ। ਮੈਂ ਕਿੰਨਾ ਵੀ ਬੋਲਾਂ, ਮੈਂ ਉਸ ਘਟਨਾ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਪਰ ਸਭ ਤੋਂ ਪਹਿਲਾਂ ਅਸੀਂ ਸਰਦਾਰ ਕਿਰਪਾਲ ਸਿੰਘ ਵਾਦੀਆਂ ਦਾ ਸਾਡੇ ਨਾਲ ਜੁੜਨ ਤੇ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤੁਹਾਡਾ, ਵਿਰਾਸਤ ਟੀਵੀ ਵਾਲਿਆਂ ਦਾ ਮੈਂ ਖਾਸ ਕਰਕੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਜਾਣੀ ਵੀ ਇੱਕ ਅਣਗੌਲਿਆਂ ਹੋਇਆਂ ਜਿਹੜਾ ਪੱਖ ਸੀ ਦਾ, ਉਹਨਾਂ ਨਾਲ ਤੁਸੀਂ ਮੁਲਾਕਾਤ ਕਰ ਰਹੇ ਹੋ। ਸਭ ਤੋਂ ਪਹਿਲਾਂ ਤਾਂ ਮੈਨੂੰ ਬੜਾ ਚੰਗਾ ਲੱਗਦਾ ਕਿ ਤੁਹਾਡੇ ਵਰਗੀ ਸ਼ਖਸੀਅਤ ਮੇਰੇ ਸਾਹਮਣੇ ਬੈਠੀ ਹੈ। ਮੈਂ ਕਿਤਾਬਾਂ ਦੇ ਵਿੱਚ ਸੁਣਦਾ ਰਿਹਾ, ਕਿਤਾਬਾਂ ਦੇ ਵਿੱਚ ਮੈਂ ਪੜ੍ਹਦਾ ਰਿਹਾ 84 ਬਾਰੇ, ਅਸੀਂ ਇੰਟਰਵਿਊਆਂ ਕਰਦੇ ਰਹਿੰਦੇ ਹਾਂ, ਪਰ ਉਹ ਸ਼ਖਸ ਸਾਡੇ ਨਾਲ ਬੈਠਾ ਹੋਵੇ ਜਿਹਨੇ ਇਹਦੇ ਵਿੱਚ ਸਿਰਫ ਵੇਖਿਆ ਨਹੀਂ, ਯੋਗਦਾਨ ਵੀ ਪਾਇਆ ਹੋਵੇ। ਸਾਡੀ ਨਵੀਂ ਪੀੜ੍ਹੀ ਅਣਜਾਣ ਹੈ ਇਹਨਾਂ ਗੱਲਾਂ ਤੋਂ। ਸਭ ਤੋਂ ਪਹਿਲਾਂ ਇਹ ਧਰਮੀ ਫੌਜੀ ਸ਼ਬਦ ਹੈ ਜਿਹੜਾ, ਇਹਦੇ ਅਰਥ ਦੱਸ ਦਿਓ ਸਾਡੀ ਅੱਜ ਦੀ ਪੀੜ੍ਹੀ ਨੂੰ। ਧਰਮੀ ਫੌਜੀ, ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ, ਧਰਮੀ ਫੌਜੀ ਉਹ ਫੌਜੀ ਨੇ ਜਿਨ੍ਹਾਂ ਨੇ 1984 'ਚ ਜਦੋਂ ਉਸ ਟਾਈਮ ਦੀ ਜਿਹੜੀ ਸੈਂਟਰ ਸਰਕਾਰ ਸੀ ਜੀ, ਉਸਨੇ ਸਾਡੇ ਪਵਿੱਤਰ ਧਾਮਾਂ ਦੇ ਉੱਤੇ ਧੰਨ ਜਾਨੀ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਲੋ ਰਸੋਈ ਨਗਰੀ ਜੀ ਅੰਮ੍ਰਿਤਸਰ ਸਾਹਿਬ, ਉੱਥੇ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ। ਨਾਲ ਦੀ ਨਾਲ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਜੀ। ਉਸ ਤੋਂ ਬਾਅਦ 36 ਤੋਂ 40 ਗੁਰਦੁਆਰਾ ਸਾਹਿਬ ਹੋ ਸਨ ਜੀ, ਜਿੱਥੇ ਉਹਨਾਂ ਨੇ ਆਪਣੇ ਅਟੈਕ ਕੀਤਾ ਤੇ ਸਾਡੇ ਗੁਰੂ ਘਰਾਂ ਨੂੰ ਤਹਿਸ ਨਹਿਸ ਕੀਤਾ ਜੀ। ਉਹਦੇ ਵਿਰੋਧ ਦੇ ਵਿੱਚ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਜੀ, ਜਿਹੜੇ ਧਰਮੀ ਜਿਹੜੇ ਫੌਜੀਆਂ ਨੇ ਬੈਰਕਾਂ ਛੱਡੀਆਂ, ਕਿਉਂਕਿ ਅਸੀਂ ਜਿੰਨਾ ਮਰਜ਼ੀ ਅਸੀਂ ਆਪਣੇ ਆਪ ਨੂੰ ਕੰਟਰੋਲ ਕਰੀਏ ਨਾ, ਕਿਤੇ ਨਾ ਕਿਤੇ ਸਾਡੇ ਜਜ਼ਬਾਤ ਨੇ ਜਿਹੜੇ ਉਹ ਯਾਨੀ ਜਮਾਂ ਮਰਦੇ ਨਹੀਂ, ਉਹ ਕਿਤੇ ਨਾ ਕਿਤੇ ਬਾਹਰ ਆਉਂਦੇ ਆ।
ਤੇ ਉਸ ਟਾਈਮ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸੀ ਜੀ। ਉਹਨਾਂ ਨੂੰ ਧਰਮੀ ਫੌਜੀ ਕਿਹਾ ਜਾਂਦਾ ਹੈ। ਧਰਮੀ ਫੌਜੀ ਉਹ ਜਿਹੜੇ ਧਰਮ ਦੇ ਨਾਲ ਜੁੜ ਗਏ ਉਸ ਵਕਤ ਆਪਣੀ ਰੋਜੀ ਰੋਟੀ ਜਾਂ ਕਹਿ ਲਈਏ ਕਿ ਦੇਸ਼ ਨੂੰ ਛੱਡ ਕੇ ਹਾਂਜੀ। ਮੈਂ ਸ਼ੁਰੂ ਕਰੂੰਗਾ, ਹਾਲਾਂਕਿ ਇਹ ਸਾਡੀ ਇੰਟਰਵਿਊ ਨਹੀਂ, ਇੱਕ ਗਾਥਾ ਹੈ ਕਿ ਤੁਸੀਂ ਖੁੱਲ ਕੇ ਸਾਡੇ ਨਾਲ ਗੱਲਬਾਤ ਵਿੱਚ ਬਣੇ ਰਹੋ ਜੀ। ਬੇਝਿਜਕ ਦੱਸਦੇ ਰਹੋ ਕਿ ਤੁਹਾਡਾ ਜਿਹੜਾ ਰਾਬਤਾ ਹੈ ਇੱਕੇ ਵਕਤ ਤੇ ਸੁਨੇਹਾ ਕਿਵੇਂ ਜਾ ਵੜਿਆ ਕਿ ਆਪਾਂ ਹੁਣ ਬੈਰਕਾਂ ਛੱਡ ਦੇਣੀਆਂ, ਕਿਉਂਕਿ ਹੁਣ ਗੱਲ ਸਾਡੇ ਇਤਿਹਾਸ ਤੇ ਆ ਗਈ ਹੈ, ਸਾਡੇ ਗੁਰੂ ਤੇ ਆ ਗਈ ਹੈ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆ ਗਈ ਹੈ ਤੇ ਸਾਡੇ ਪਵਿੱਤਰ ਸਥਾਨ ਤੇ ਆ ਗਈ ਹੈ। ਇਹ ਤਾਲਮੇਲ ਆਪਸ ਵਿੱਚ ਕਿਵੇਂ ਬੈਠ ਗਿਆ ਸਾਰਿਆਂ ਦਾ? ਤਾਲਮੇਲ ਕੁਦਰਤੀ ਸੀ ਜੀ। ਜਿਵੇਂ ਸਭ ਤੋਂ ਪਹਿਲੋਂ ਇਸ ਕੰਮ ਦੇ ਵਿੱਚ ਇਸ ਵਿਦਰੋਹ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਰੈਜੀਮੈਂਟ ਕੁੱਦੀ ਸੀ ਉਹ ਇੱਕ ਜੀ ਬਹੁਤ ਹੀ ਯਾਨੀ ਉਹਦਾ ਰੈਜੀਮੈਂਟ ਸੀ। ਉਹਦਾ ਆਪਣੇ ਭਾਰਤ ਦੀ ਇੰਡੀਅਨ ਆਰਮੀ ਦੇ ਵਿੱਚ ਉਸ ਰੈਜੀਮੈਂਟ ਦਾ ਨਾਂ ਸੀ ਜੀ 9 ਸਿੱਖ ਰੈਜੀਮੈਂਟ ਜੀ। ਪਿਓਰ ਸਿੱਖ ਰੈਜੀਮੈਂਟ ਸੀ। ਸਭ ਤੋਂ ਪਹਿਲੋਂ ਇਹ ਜਿਹੜੀ ਸੀਗੀ ਪੈਰ ਉਹਨਾਂ ਨੇ ਇਹ ਕਦਮ ਚੁੱਕਿਆ ਸੀ ਕਿ ਉਹਨਾਂ ਦੇ 400-450 ਬੰਦਿਆਂ ਨੇ ਯਾਨੀ ਫੌਜੀਆਂ ਨੇ ਬੈਰਕਾਂ ਛੱਡੀਆਂ ਸੀ ਜੀ। ਉਸ ਤੋਂ ਬਾਅਦ ਉਹਨਾਂ ਨੂੰ ਵੇਖ ਕੇ ਜਿਵੇਂ ਉਹ ਖਬਰ ਬਾਹਰ ਨਿਕਲੀ ਜੀ ਵੀ BBC ਲੰਡਨ ਨੇ ਖਬਰ ਦਿੱਤੀ ਕਿ ਆਰਮੀ ਜਿਹੜੀ ਹੈਗੀ ਆ ਜਿਹੜੇ ਸਿੱਖ ਫੌਜੀ ਨੇ ਉਹ ਬੈਰਕਾਂ ਛੱਡ ਰਹੇ ਨੇ, ਉਹ ਚਾਲੇ ਪਾ ਰਹੇ ਅੰਮ੍ਰਿਤਸਰ ਸਾਹਿਬ ਨੂੰ। ਇਸ ਤਰ੍ਹਾਂ ਹੌਲੀ ਇਹ ਗੱਲ ਉਹਨਾਂ ਨੇ 8 ਜੂਨ ਨੂੰ ਬੈਰਕਾਂ ਛੱਡੀਆਂ ਸੀ ਜੀ ਤੇ ਅਸੀਂ 10 ਜੂਨ ਨੂੰ ਛੱਡੀਆਂ। 9 ਜੂਨ ਨੂੰ ਵੀ ਕਈ ਯੂਨਿਟਾਂ ਨੇ ਛੱਡੀਆਂ। ਸਾਡੇ ਕੋਲ ਜਦੋਂ ਖਬਰ ਆਈ 10 ਜੂਨ ਨੂੰ, ਅਸੀਂ 10 ਜੂਨ ਨੂੰ ਇਹ ਬੈਰਕਾਂ ਛੱਡੀਆਂ। ਅਸੀਂ ਕੋਈ ਜ਼ਿਆਦਾ ਨਹੀਂ ਸੀ, ਜਿਵੇਂ ਇੱਕ ਪਲਟਨ ਦੂਜੀ ਥਾਂ ਤੇ ਜਾਣੀ ਹੁੰਦੀ ਆ ਨਾ ਉਹਦੀ ਐਡਵਾਂਸ ਪਾਰਟੀ ਪਹਿਲਾਂ ਜਾਂਦੇ ਆ, ਥੋੜੀ ਕੋਈ 100-200 ਬੰਦਾ ਹੀ ਜਾਂਦਾ ਜੀ। ਉਸ ਤੋਂ ਬਾਅਦ ਦੂਜੀ ਟ੍ਰਿਪ ਦੇ ਵਿੱਚ ਸਾਨੂੰ ਉੱਥੋਂ ਸਿੱਕਮ 'ਚ ਸੀ ਸਾਡੀ ਉਸ ਟਾਈਮ ਯੂਨਿਟ ਨਥੂਲਾ ਬਾਰਡਰ ਤੇ ਜੀ। ਅਸੀਂ ਉੱਥੋਂ ਸਾਨੂੰ ਗੇਮਾਂ ਵਾਲਿਆਂ ਨੂੰ ਭੇਜਿਆ ਗਿਆ। ਮੈਂ ਉਦੋਂ ਕਬੱਡੀ ਖੇਡਦਾ ਸਾਂ, ਕਬੱਡੀ ਦਾ ਪਲੇਅਰ ਸੀ ਤੇ ਸਾਨੂੰ ਗੇਮਾਂ ਵਾਲਿਆਂ ਨੂੰ ਉੱਥੋਂ ਭੇਜਿਆ ਗਿਆ 25-26-30 ਬੰਦਿਆਂ ਨੂੰ ਕਿ ਤੁਸੀਂ ਜਾ ਕੇ ਆਪੋ ਆਪਣੀਆਂ ਗੇਮਾਂ ਦੇ ਵਿੱਚ ਉੱਥੇ ਜਾ ਕੇ ਪ੍ਰੈਕਟਿਸ ਕਰੋ ਕਿਉਂਕਿ ਭਾਗ ਲੈਣਾ। ਇਹਦੇ ਵਿੱਚ ਫੌਜ 'ਚ ਇਹ ਹੁੰਦਾ ਹੈ ਵੀ ਜੇ ਅਸੀਂ ਉੱਥੇ ਜਿੱਥੇ ਸਾਡੀ ਯੂਨਿਟ ਨੇ ਆਉਣਾ ਹੁੰਦਾ ਉੱਥੇ ਆ ਕੇ ਅਸੀਂ ਗੇਮ 'ਚ ਹਿੱਸਾ ਨਹੀਂ ਲੈਂਦੇ ਤੇ ਯੂਨਿਟ ਨੂੰ ਕੋਈ ਫੈਨ ਪੈਂਦਾ ਥੋੜਾ ਬਾਲਾ ਜੀ। ਇਸ ਕਰਕੇ ਸਾਨੂੰ ਉੱਥੇ ਹਿੱਸਾ ਲੈਣਾ ਜ਼ਰੂਰੀ ਹੋ ਜਾਂਦਾ, ਆਣ ਕੇ ਅਸੀਂ ਪ੍ਰੈਕਟਿਸ ਕਰਨੀ ਸੀ। ਪਰ ਜਦੋਂ ਅਸੀਂ ਰਸਤੇ ਦੇ ਵਿੱਚ ਸਾਂ 6 ਜੂਨ ਨੂੰ ਆਪਣੇ ਦਿੱਲੀ, ਤਾਂ ਉੱਥੇ ਅਸੀਂ ਜਦੋਂ ਉੜਦੀ ਖਬਰ ਜੀ ਸੁਣੀ 6-7 ਜੂਨ ਦਾ ਜਾਂ 8 ਜੂਨ ਦਾ ਇਹ ਵਾਕਿਆ ਹੈ ਵੀ ਖਬਰ ਜੀ ਸੁਣੀ ਅਸੀਂ ਵੀ ਭਿੰਡਰਾਂ ਵਾਲੇ ਨੂੰ ਸ਼ਹੀਦ ਕਰ ਦਿੱਤਾ ਹੈ ਜੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਜੋ ਕਿ ਸਾਡੀ ਕੌਮ ਦਾ ਹੀਰੋ ਸੀ ਜੀ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਹੈ। ਫਿਰ ਉੱਥੇ ਉਹ ਜਜ਼ਬਾਤਾਂ ਤੇ ਅਸੀਂ ਬੇਸ਼ੱਕ ਮੇਰਾ ਵੀ ਉਦੋਂ ਤੁਹਾਡੇ ਵਾਲਾ ਹਾਲ ਸੀ, ਮੈਂ ਮੋਡੀਫਾਈ ਸੀ, ਸਿਰ ਮੁੰਨਿਆ ਹੈ ਪਲੇਅਰ ਦੀ ਯਾਨੀ ਸਿਰ ਦੇ ਵਿੱਚ ਘੱਟਾ ਮਿੱਟੀ ਪੈਂਦਾ ਤਾਂ ਕਰਕੇ ਤੇ ਮੈਂ ਸਿਰ ਮੁੰਨਿਆ ਹੋਇਆ ਸੀ। ਉਸ ਟਾਈਮ ਫਿਰ ਸਾਡੇ ਜਜ਼ਬਾਤ ਤੇ ਅਸੀਂ ਕੰਟਰੋਲ ਨਹੀਂ ਕਰ ਸਕਦੇ, ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕੇ ਤੇ ਸਾਨੂੰ ਇੱਥੋਂ ਆਉਂਦਿਆਂ ਸਾਰੀਆਂ ਅਸੀਂ 10 ਜੂਨ ਨੂੰ ਯੂਨਿਟਾਂ ਦੇ ਵਿੱਚੋਂ ਅਸੀਂ ਆਪਣੇ ਪੈਰ ਬਾਹਰ ਕੱਢ ਲਿਆ ਤੇ ਅਸੀਂ ਬਗਾਵਤ ਕਰ ਦਿੱਤੀ। ਕਿਹੜੇ ਥਾਂ ਦੇ ਉੱਤੋਂ ਇਹ ਜਿਹੜਾ ਵਿਦਰੋਹ ਕਹਿ ਲਈਏ, ਰੋਸ ਕਹਿ ਲਈਏ, ਜਜ਼ਬਾਤ ਭੜਕਣ ਵਾਲੀ ਗੱਲ ਕਹਿ ਲਈਏ, ਕਿਹੜੇ ਥਾਂ ਦੇ ਉੱਤੋਂ ਸ਼ੁਰੂ ਹੋਇਆ, ਕਿਵੇਂ ਕਾਫਲਾ ਬਣਿਆ? ਸਭ ਤੋਂ ਪਹਿਲੋਂ ਤਾਂ ਜਿਵੇਂ 9 ਸਿੱਖ ਰੈਜੀਮੈਂਟ ਦੀ ਤੁਹਾਨੂੰ ਗੱਲ ਕੀਤੀ ਆ ਜੀ, ਇਹ ਲਾਲਗੜ੍ਹ ਜੱਟਾਂ ਜੀ ਗੰਗਾਨਗਰ ਦੇ ਵਿੱਚ ਪੈਂਦਾ, ਇਹ ਗੰਗਾਨਗਰ ਦੇ ਕੋਲ ਹੀ ਪੈਂਦਾ ਜੀ, ਬਾਰਡਰ ਏਰੀਆ, ਬਾਰਡਰ ਤੇ ਆ ਇਹ ਜੀ। ਲਾਲਗੜ੍ਹ ਜੱਟਾਂ ਤੋਂ 9 ਸਿੱਖ ਨੇ ਬੈਰਕਾਂ ਛੱਡੀਆਂ ਜੀ। ਉਸ ਤੋਂ ਬਾਅਦ 14 ਪੰਜਾਬ ਸੀ ਪੂਨੇ ਜੀ, ਉੱਥੋਂ ਉਹਨਾਂ ਨੇ ਬੈਰਕਾਂ ਛੱਡੀਆਂ। 166 ਵੀ ਉਧਰ ਹੀ ਕਿਤੇ ਸਿਲੀਗੁੜੀ ਵਾਲੇ ਪਾਸੇ ਬੰਗਾਲ ਵਾਲੇ ਪਾਸੇ ਸੀ ਜੀ, ਉਹਨਾਂ ਨੇ ਬੈਰਕਾਂ ਛੱਡੀਆਂ ਜੀ। ਤੇ ਉਸ ਤੋਂ ਬਾਅਦ 18 ਜਿਹੜੀ ਹੈਗੀ ਸੀ ਸਿੱਖ ਰੈਜੀਮੈਂਟ, ਉਹਨਾਂ ਨੇ ਬੈਰਕਾਂ ਛੱਡੀਆਂ। ਯਾਨੀ ਕਾਫੀ ਸੀ। ਉਹਦੇ ਵਿੱਚ 171 ਮੇਰੀ ਜਿਹੜੀ ਯੂਨਿਟ ਸੀ ਉਹ 171 ਮੈਦਾਨੀ ਤੋਪਖਾਨਾ ਸੀ ਜੀ, ਜਿਹੜੀ ਕਿ ਅਲਵਰ ਸੀ ਉਸ ਟਾਈਮ ਜੀ, ਤੇ ਅਸੀਂ ਅਲਵਰ ਤੋਂ ਬੈਰਕਾਂ ਛੱਡੀਆਂ। ਇਸ ਤਰ੍ਹਾਂ ਕਰਕੇ ਹੋਰ ਵੀ 1-2 ਯੂਨਿਟਾਂ ਹੈਗੀਆਂ, 196 ਸੀਗੀ, 36 ਸੀਗੀ, ਇਹਨਾਂ ਨੇ ਵੀ ਬੈਰਕਾਂ ਛੱਡੀਆਂ। ਬੈਰਕਾਂ ਤੁਸੀਂ ਛੱਡ ਦਿੱਤੀਆਂ ਜੀ, ਤੁਸੀਂ ਰੋਸ ਦੇ ਵਿੱਚ ਆ ਗਏ, ਪਰ ਕੋਈ ਨਿਸ਼ਾਨਾ ਵੀ ਸੀਗਾ ਕਿ ਬੈਰਕਾਂ ਛੱਡਣ ਤੋਂ ਬਾਅਦ ਜਾ ਕੇ ਯਾਰ ਹੁਣ ਆਹ ਕਰਨਾ ਹੈ, ਜਾਂ ਵੀ ਹੁਣ ਨੌਕਰੀ ਛੱਡ ਦਿੱਤੀ, ਨੌਕਰੀ ਨਹੀਂ ਕਰਨੀ? ਕਿਸ ਤਰੀਕੇ ਦੇ ਨਿਸ਼ਾਨੇ ਸੀ? ਨਿਸ਼ਾਨਾ ਇਹੀ ਸੀ ਕਿ ਅਸੀਂ ਹਰਿਮੰਦਰ ਸਾਹਿਬ ਪਹੁੰਚਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੀ, ਆਪਣੀ ਹੀ ਫੌਜ ਦੇ ਨਾਲ, ਕਿਉਂਕਿ ਅਸੀਂ ਗੋਲਾ ਬਰੂਦ ਬਹੁਤ ਲੈ ਲਿਆ ਸੀ ਨਾਲ, ਆਪਦੇ ਕੋਤ ਤੋੜੇ। ਜਿਵੇਂ ਮੈਂ ਆਪ ਦੀ ਯੂਨਿਟ ਦੀ ਹੀ ਗੱਲ ਕਰਦਾ, ਮੈਂ ਦੂਜੀਆਂ ਯੂਨਿਟਾਂ ਦਾ ਮੈਨੂੰ ਪਤਾ ਨਹੀਂ, ਕੋਤ ਤਾਂ ਵੈਸੇ ਸਾਰੀਆਂ ਯੂਨਿਟਾਂ ਨੇ ਤੋੜੇ ਜੀ। ਕਿਸੇ ਨੇ ਰਜਾਮੰਦ ਹੋ ਕੇ, ਗਾਰਡ ਕਮਾਂਡਰ ਨਾਲ ਰਜਾਮੰਦ ਹੋ ਕੇ ਤੋੜ ਲਏ, ਕਿਸੇ ਨੇ ਉਂਝ ਤੋੜ ਲਏ। ਤੇ ਮੇਰੀ ਯੂਨਿਟ ਸੀ ਜਿਹੜੀ 171 ਮੈਦਾਨੀ ਤੋਪਖਾਨਾ ਫੀਲਡ ਰੈਜੀਮੈਂਟ ਸੀ ਉਦੋਂ, ਹੁਣ ਤਾਂ ਮੀਡੀਅਮ ਆ। ਤੇ ਅਸੀਂ ਅਲਵਰ ਸਾਂ। ਅਲਵਰ ਇੱਕ ਬਹੁਤ ਹੀ ਪੁਰਾਣਾ ਜਿਹੜਾ ਮੁਗਲਾਂਸਰ ਲੈਣ ਆ, ਉਹ ਇੱਕ ਰਾਜੇ ਦੀ ਆਰਮੀ ਦੇ ਰਹਿਣ ਵਾਸਤੇ ਸੀਗੀ ਜੀ ਲੈਂਡ, ਉਹ ਬਣਾਈ ਗਈ ਸੀ ਜਿਹੜੀ ਕੰਟੋਨਮੈਂਟ। ਉਹਦੀਆਂ 6-6 ਫੁੱਟ 7-7 ਫੁੱਟ ਚੌੜੀਆਂ ਕੰਧਾਂ ਸੀਗੀਆਂ, ਐਡੀ ਜਾਰੀ ਜਾਣੀ ਕਾਫੀ ਮਜ਼ਬੂਤੀ ਨਾਲ ਸੀ।
ਅਸੀਂ ਉਹ ਕਰੋਵਾਰਾਂ ਨਾਲ ਸਾਡੇ ਜਿਹੜੇ ਬੰਦੇ ਸੀ, ਮੈਂ ਤਾਂ ਉਸ ਟਾਈਮ ਡਿਊਟੀ ਤੇ ਸਾਂ ਬਾਹਰ, ਜੀ ਜਾਨੀ ਸਾਡੀ ਡਿਊਟੀ ਲੱਗੀ ਹੋਈ ਸੀ, ਡਿਊਟੀ ਤੇ ਸੀ ਤੇ ਜਾਨੀ ਉਹਨਾਂ ਨੇ ਕਰੋਵਾਰਾਂ ਨਾਲ ਉਹ ਇੱਕ ਮੋਰਾ ਇੱਕ ਚ ਕੱਢ ਕੇ ਜੀ ਉਸ ਤੋਂ ਬਾਅਦ ਦੂਜੀ ਦੇ ਵਿੱਚ ਫੇਰ ਮੋਰਾ ਕੱਢ ਕੇ ਉਧਰ ਦੀ ਹਥਿਆਰ ਕੱਢ ਕੇ ਸਾਰੇ ਇਹ ਲੋਡ ਗੱਡੀਆਂ ਤੇ ਕਰਕੇ ਅਸੀਂ 3 ਯੂਨਿਟਾਂ ਦੇ ਇਹ ਹਥਿਆਰ ਤੋੜੇ ਸੀ। ਇੱਕ ਤਾਂ ਆਪ ਦੀ ਯੂਨਿਟ ਸੀ ਸਾਡੀ 171 ਫੀਲਡ ਰੈਜੀਮੈਂਟ ਦੇ ਕੋਤ, ਇੱਕ ਏਐਸਸੀ ਬਟਾਲੀਅਨ ਜਿਹੜੀ ਸੀਗੀ ਥੋੜੇ ਜਿਹੇ ਬੰਦੇ ਉਹਨਾਂ ਦੇ ਸੀ, ਉਹਨਾਂ ਦੇ ਕੋਤ ਵੀ ਸਾਡੇ ਕੋਤਾਂ 'ਚ ਸੀ। ਦੂਜੇ ਪਾਸੇ ਇੱਕ ਡਬਲ ਕੋਟਿੰਗ ਬੈਂਟਰੀ ਹੁੰਦੀ ਆ ਵੀ ਆਰਟੀ ਦੀ ਹੁੰਦੀ ਆ ਜੀ, ਉਹਦੇ ਵੀ ਕੋਤ ਸਾਡੀ ਯੂਨਿਟ ਦੇ ਵਿੱਚ ਸੀ। ਸਾਰੇ ਕੋਤ ਅਸੀਂ ਤੋੜੇ ਸੀ ਤੇ ਅਸੀਂ ਉੱਥੋਂ ਮੁੜ ਕੇ ਫਿਰ ਉਹ ਸਾਰਾ ਐਮਨੀਸ਼ਨ ਲੈ ਕੇ ਤੁਰ ਪਏ। ਜਦੋਂ ਤੁਹਾਡੀ ਐਂ ਕਹਿ ਲਓ ਰੈਜੀਮੈਂਟ ਵਿੱਚ ਜਾਂ ਕਹਿ ਲਓ ਤੁਹਾਡੇ ਗਰੁੱਪ ਦੇ ਵਿੱਚ ਇਹ ਗੱਲ ਆਈ, ਖਬਰ ਤੁਹਾਡੇ ਕੋਲੇ ਵੀ ਪਹੁੰਚ ਗਈ ਹੋਊਗੀ, ਮਨ ਇੱਕ ਵਾਰੀ ਡੋਲਿਆ ਨਹੀਂ ਵੀ ਮੈਂ ਕਿੰਨੀਆਂ ਮਿਹਨਤਾਂ ਕਰਕੇ ਫੌਜ 'ਚ ਆਏ ਆ, ਕਿੰਨੇ ਔਖੇ ਆਏ ਆ, ਧਰਮ ਵਾਲੇ ਪਾਸੇ ਖੜੀਏ ਕਿ ਰੋਟੀ ਵਾਲੇ ਪਾਸੇ ਖੜੀਏ, ਜਾਂ ਠਾ ਫੈਸਲਾ ਹੋ ਗਿਆ ਸੀ ਵੀ ਧਰਮ ਵਾਲੇ ਪਾਸੇ ਹੀ ਖੜਨਾ ਹੈ? ਵੀਰ ਜੀ ਇਹ ਤਾਂ ਸ਼ਾਇਦ ਮੈਂ ਤੁਹਾਨੂੰ ਜਾਣਦਾ ਨਹੀਂ ਵੀ ਤੁਸੀਂ ਕਿਸ ਕੌਮ ਨਾਲ ਬਿਲੋਂਗ ਕਰਦੇ ਹੋ ਜੀ, ਪਰ ਸਿੱਖ ਜਿਹੜਾ ਹੁੰਦਾ ਨਾ ਜੀ, ਜੇ ਸਿੱਖ ਦਾ ਪਿੱਛੇ ਤੋਂ ਇਤਿਹਾਸ ਵੇਖ ਲਓ ਜੀ, ਉਹ ਚੂਜ ਹੀ ਪਹਿਲੋਂ ਧਰਮ ਨੂੰ ਕਰਦਾ ਹੈ। ਬਿਲਕੁਲ, ਪਹਿਲੋਂ ਉਹ ਚੂਜ ਧਰਮ ਨੂੰ ਕਰੂ, ਰੋਟੀ ਮਿਲੇ ਨਾ ਮਿਲੇ ਸਿੱਖ ਦਾ ਧਰਮ ਸੁਰੱਖਿਅਤ ਹੋਣਾ ਚਾਹੀਦਾ। ਬਿਲਕੁਲ, ਰੋਟੀ ਦੀ ਕੋਈ ਪਰਵਾਹ ਨਹੀਂ, ਰੋਟੀ ਤਾਂ ਅਸੀਂ ਰੋਟੀ ਤਾਂ ਗੁਰੂ ਰਾਮਦਾਸ ਨੇ ਸਾਨੂੰ ਦੇਣੀ ਆ, ਜਿਹੜੀ ਸਾਡੇ ਮੱਥੇ ਤੇ ਲਿਖੀ ਆ ਉਹ ਸਾਨੂੰ ਮਿਲਣੀ ਹੈ, ਪਰ ਧਰਮ ਨਹੀਂ ਮਿਲ ਸਕਦਾ। ਬਿਲਕੁਲ, ਧਰਮ ਚੂਜ ਕੀਤਾ ਸੀ, ਸਾਨੂੰ ਜਜ਼ਬਾਤ ਹੀ ਸਾਡੇ ਇੰਨੇ ਜ਼ਿਆਦਾ ਹੀ ਸੀ ਵੀ ਸਾਨੂੰ ਨਾ ਕੋਈ ਆਪਦੇ ਧੀ ਦੀ ਨਾ ਪੁੱਤ ਦੀ, ਮੈਂ ਉਦੋਂ ਸ਼ਾਦੀशुदा ਸਾਂ, ਬੱਚਾ ਤਾਂ ਮੇਰਾ ਨਹੀਂ ਸੀ ਹੈਗਾ ਜੀ, ਪਰ ਘਰ ਦੇ ਹੈਗੇ ਸੀ। ਬਿਲਕੁਲ, ਸਾਨੂੰ ਕਿਸੇ ਵੀ ਸਾਡੀ ਮਾਂ ਦੀ ਕੋਈ ਪਰਵਾਹ ਨਹੀਂ ਫਿਕਰ ਕੀਤੀ ਵੀ ਉਹ ਪਿੱਛੇ ਮੇਰੀ ਬਜ਼ੁਰਗ ਮਾਂ ਕੀ ਕਰੂਗੀ, ਸਾਡੀ ਮੇਰੀ ਵਾਈਫ ਕੀ ਕਰੂਗੀ, ਮੇਰੇ ਭਰਾ ਕੀ ਕਰਨਗੇ, ਮੇਥੋਂ ਛੋਟੇ ਸੀ ਭਰਾ, ਉਹ ਰੋਟੀ ਕਿਵੇਂ ਖਾਣਗੇ, ਉਹਨਾਂ ਚੀਜ਼ਾਂ ਦੇ ਵੱਲ ਤਾਂ ਸਾਡਾ ਦਿਮਾਗ ਗਿਆ ਹੀ ਨਹੀਂ ਜੀ। ਸਾਡਾ ਇੱਕਦਮ ਜਦੋਂ ਆਣ ਕੇ ਸਾਡੇ ਸੀਨੀਅਰ ਸੀਗਾ ਜਿਹੜਾ ਮਰੀਕ ਸਿੰਘ ਕਲਾਨੌਰ ਗੁਰਦਾਸਪੁਰ ਤੋਂ, ਜਦੋਂ ਉਹਨੇ ਆਣ ਕੇ ਸਾਨੂੰ ਲਲਕਾਰਾ ਮਾਰਿਆ ਵੀ ਤੁਸੀਂ ਗਾਲ ਜੀ ਕੱਢ ਕੇ ਜੀ, ਕਿਉਂਕਿ ਮੈਂ ਇੱਥੇ ਕੱਢ ਨਹੀਂ ਸਕਦਾ, ਬਿਲਕੁਲ, ਤੇ ਛੋਟੀ ਜੀ ਗਾਲ ਕੱਢ ਕੇ, ਇੱਕ ਆਮ ਹੀ ਗਾਲ ਸਾਡੇ ਚੱਲਦੀ ਛੋਟੀ ਜੀ, ਉਹ ਗਾਲ ਕੱਢ ਕੇ ਵੀ ਤੁਸੀਂ ਇੱਥੇ ਬੈਠੇ ਸ਼ਰਾਬਾਂ ਨੂੰ ਟੱਕਰੇ ਹੋ, ਤੇ ਪਿੱਛੇ ਸਾਡੀਆਂ ਧੀਆਂ ਭੈਣਾਂ ਦੀ, ਤੇ ਉੱਥੇ ਗਡੋਡੂ ਜਿਹੜੇ ਆ ਸੀਆਰਪੀ ਵਾਲੇ ਤੇ ਬੀਐਸਐਫ ਵਾਲੇ, ਇਹ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲ ਰਹੇ ਨੇ, ਬਹੁਤ ਬੁਰੀ ਹਾਲਤ ਕਰ ਰਹੇ ਆ। ਹਰਮੰਦਰ ਸਾਹਿਬ ਤੇ ਆਹ ਕੁਛ ਹੋ ਗਿਆ, ਤੁਹਾਨੂੰ ਇਹਨਾਂ ਚੀਜ਼ਾਂ ਦੀ ਖਾਣ ਪੀਣ ਦੀ ਪਈ ਆ। ਤਾਂ ਉਸ ਟਾਈਮ ਫਿਰ ਜਿਹੜਾ ਸੀ ਨਾ, ਹੋਰ ਦੱਸਿਆ ਕੁਛ ਨਹੀਂ, ਉੱਥੇ ਕੁਛ ਨਹੀਂ ਦਿਸਿਆ। ਉਸ ਸਿੰਘ ਦੀ ਲਲਕਾਰ ਜਿਹੜੀ ਸੀ ਨਾ, ਉਹ ਸਾਡੇ ਦਿਮਾਗ 'ਚ ਵੜ ਗਈ ਤੇ ਅਸੀਂ ਉਹ ਜਿਹੜੀ ਬੋਤਲ ਬਾਤਲ ਭੁਆ ਕੇ ਮਾਰੀ, ਤੇ ਉਸੇ ਵੇਲੇ ਹੀ ਪੱਗਾਂ ਵੱਜੀਆਂ ਹੁੰਦੀਆਂ ਤਕਰੀਬਨ ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ, ਤੁਸੀਂ ਤਿਆਰੀ 'ਚ ਹੁੰਦੇ ਆ, ਬਸ ਫੜ ਕੇ ਪੱਗ ਸਿਰ ਤੇ ਰੱਖੀ, ਕੁੜਤਾ ਪਜਾਮਾ ਪਾਇਆ ਸੀ, ਉਸੇ ਤਰ੍ਹਾਂ ਹੀ ਉਹਨੇ ਕਿਹਾ ਕੋਤਾਂ ਨੂੰ ਭੱਜੋ। ਫਿਰ ਅਸੀਂ ਕੋਤਾਂ ਨੂੰ ਭੱਜ ਗਏ। ਉੱਥੇ ਸਾਡਾ ਇੱਕ ਨਾ ਉਦੋਂ ਸਾਰੀ ਆਰਮੀ ਦਾ ਤਕਰੀਬਨ ਇੱਕ ਪਾਸਵਰਡ ਰੱਖਿਆ ਹੁੰਦਾ, ਹਵਾਬਾਜ਼ ਜਾਂ ਕੁਝ ਵੀ ਇਸ ਤਰ੍ਹਾਂ ਕਰਕੇ, ਤੇ ਉਹ ਪਾਸਵਰਡ ਦੱਸ ਕੇ ਫਿਰ ਖੋਜ ਦੇ ਵਿੱਚ ਅਸੀਂ ਦਾਖਲ ਹੋਏ। ਫਿਰ ਅਸੀਂ ਜਾ ਕੇ ਹਥਿਆਰ ਲੱਦਣੇ ਸ਼ੁਰੂ ਕਰਤੇ। ਠੀਕ ਹੈ ਜੀ, ਹਥਿਆਰ ਤੁਸੀਂ ਲੱਦ ਲਏ, ਤਿਆਰੀਆਂ ਵੱਜ ਗਈਆਂ, ਗੱਲ ਧਰਮ ਤੇ ਆ ਗਈ, ਰਸਤਾ ਫਿਰ ਤੁਸੀਂ ਤੈਅ ਕਰਨਾ ਸ਼ੁਰੂ ਕਰ ਦਿੱਤਾ। ਰਸਤੇ ਵਿੱਚ ਫਿਰ ਕਿੱਥੇ ਕਿੱਥੇ ਰੋਕਿਆ ਗਿਆ, ਕਿਉਂਕਿ ਇਹ ਖਬਰ ਫੌਜ ਵਿੱਚ ਵੀ ਫੈਲੀ ਹੋਊਗੀ, ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਹੋਊਗੀ, ਕਿੱਥੇ ਕਿੱਥੇ ਤੁਹਾਨੂੰ ਰੋਕਿਆ ਗਿਆ ਤੇ ਉਹਨਾਂ ਬੰਦਿਸ਼ਾਂ ਨੂੰ ਕਿਵੇਂ ਤੋੜਦੇ ਆਏ? ਪਹਿਲੀ ਗੱਲ ਤਾਂ ਸਾਨੂੰ ਜਿੰਨੇ ਵੀ ਸੀ ਉੱਥੇ ਸੀ ਨਾ ਜੀ, ਜਿਹੜੀ ਐਡਵਾਂਸ ਪਾਰਟੀ ਸਾਡੇ ਤੋਂ ਪਹਿਲੋਂ ਆਈ ਸੀ, ਉਹ ਵੀ ਕੁਝ ਦਿਨ ਹੀ ਪਹਿਲੋਂ ਆਈ ਸੀ ਜੀ, ਤੇ ਜਿਹੜੇ ਅਸੀਂ ਆਏ ਸਾਂ, ਜਿੰਨੇ ਵੀ ਪਲੇਅਰ ਅਸੀਂ 25-30 ਬੰਦੇ ਆਏ ਸਾਂ ਜੀ, ਅਸੀਂ ਸਿਰਫ ਇੱਕ ਦਿਨ ਪਹਿਲੋਂ ਹੀ ਆਏ ਸਾਂ ਜੀ, ਤੇ ਸਾਨੂੰ ਬਾਜ਼ਾਰ 'ਚ ਜਾਣ ਦਾ ਮੌਕਾ ਵੀ ਨਹੀਂ ਮਿਲਿਆ। ਬਾਜ਼ਾਰ 'ਚ ਅਸੀਂ 10 ਤਰੀਕ ਨੂੰ ਗਏ ਆ, ਜਿੱਦਣ ਅਸੀਂ ਬੈਰਕਾਂ ਛੱਡਦੇ ਆ ਨਾ ਜੀ, ਉਦੋਂ ਦਿਨੇ ਸਾਨੂੰ ਇੱਕ ਆਊਟਮਾਸ ਮਿਲਦਾ ਹੈ ਜੀ, ਬਾਹਰ ਬਾਜ਼ਾਰ 'ਚ ਘੁੰਮਣ ਵਾਸਤੇ ਜਾਂ ਕੋਈ ਖਰੀਦੋ ਫਰੋਖਤ ਆਪਦੀ ਕੋਈ ਲੈ ਕੇ ਆਉਣੀ ਜ਼ਰੂਰੀ ਵਸਤੂ ਜਿਹੜੀ ਲਿਆਉਣੀ ਆ, ਉਹ ਲਿਆਉਣ ਵਾਸਤੇ ਨਾ ਸਾਨੂੰ ਇੱਕ ਆਊਟਪਾਸ ਮਿਲਦਾ, ਤੇ ਟਾਈਮ ਦਿੱਤਾ ਜਾਂਦਾ ਵੀ ਇੰਨੇ ਵਜੇ ਤੁਸੀਂ ਜਾਣਾ ਤੇ ਇੰਨੇ ਵਜੇ ਵਾਪਸ ਆਉਣਾ ਜੀ। ਉਹ ਸਾਨੂੰ ਆਊਟਪਾਸ ਮਿਲਿਆ ਤੇ ਉਹਦੇ 'ਚ ਅਸੀਂ ਸਿਰਫ ਬਾਜ਼ਾਰ ਦੀਆਂ 2-4 ਜੋ ਵੀ ਅਸੀਂ ਵੇਖਣੇ, ਪਿਕਚਰ ਵੇਖਣੀ ਸੀ, ਹੋਰ ਇਹੋ ਜ਼ਿਆਦਾ ਸ਼ੌਂਕ ਹੁੰਦਾ ਸੀ ਬਿਲਕੁਲ, ਤੇ ਇਹੋ ਜਿਹੀਆਂ ਚੀਜ਼ਾਂ ਕਰਕੇ ਤੇ ਅਸੀਂ ਜਦੋਂ ਵੀ ਵਾਪਸ ਆ ਗਏ, ਸਾਨੂੰ ਕਿਸੇ ਵੀ ਸੜਕ ਦਾ, ਕਿਸੇ ਦਿਸ਼ਾ ਦਾ ਵੀ ਇੱਧਰ ਦਿੱਲੀ ਆ, ਇੱਧਰ ਪੰਜਾਬ ਆ, ਜਾਂ ਇੱਧਰ ਫਲਾਣਾ, ਸਾਨੂੰ ਕੁਝ ਪਤਾ ਨਹੀਂ ਸੀ। ਤੇ ਨਾ ਹੀ ਸਾਡੇ ਤੋਂ ਜਿਹੜੇ ਪਹਿਲੋਂ ਗਏ ਸੀਗੇ ਐਡਵਾਂਸ ਪਾਰਟੀ ਵਾਲੇ ਜੀ, ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਬੈਰਕਾਂ ਛੱਡੀਆਂ, ਜਿਹੜੇ ਸੀਨੀਅਰ ਬੰਦੇ ਸੀ, ਨਾ ਹੀ ਉਹਨਾਂ ਨੂੰ ਕੋਈ ਪਤਾ ਸੀ ਜੀ। ਤੇ ਅਸੀਂ ਵੀਰ ਜੀ, ਅਸੀਂ ਉੱਥੋਂ ਜਦੋਂ ਚੱਲੇ ਆ ਗੱਡੀਆਂ ਲੈ ਕੇ, ਤੇ ਅਸੀਂ ਅਲਵਰ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਬਾਰਡਰ ਵਾਲੇ ਪਾਸੇ ਨੂੰ, ਸਰਦਾਰ ਸ਼ਹਿਰ ਵਾਲੇ ਪਾਸੇ ਨੂੰ ਜੀ, ਅਸੀਂ ਆਪਦੀਆਂ ਗੱਡੀਆਂ ਪਾ ਲਈਆਂ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ। ਉਸ ਤੋਂ ਬਾਅਦ ਅਸੀਂ ਪਛਤਾਉਂਦੇ ਰਹੇ ਵੀ ਜੇ ਸਾਨੂੰ ਇੰਨਾ ਕੁ ਪਤਾ ਲੱਗ ਜਾਂਦਾ ਵੀ ਦਿੱਲੀ ਤਾਂ ਇੱਥੋਂ ਲੱਗ ਹੀ ਆ, ਤੇ ਅਸੀਂ ਗਨ ਲੈ ਕੇ ਦਿੱਲੀ ਵਾਲੇ ਪਾਸੇ ਨੂੰ ਚਲੇ ਜਾਂਦੇ। ਅਸੀਂ ਰਾਸ਼ਟਰਪਤੀ ਭਵਨ ਵਾਲੇ ਪਾਸੇ ਨੂੰ ਇੱਕ ਗੋਲਾ ਸੁੱਟ ਦਿੰਦੇ, ਤੇ ਭਾਵੇਂ ਆਪ ਸਾਨੂੰ ਸ਼ਹੀਦੀਆਂ ਦਾ ਕੋਈ ਪਰਵਾਹ ਨਹੀਂ ਸੀ, ਪਰ ਵਰਲਡ ਦੇ ਵਿੱਚ ਸਾਡਾ ਨਾਂ ਹੋਣਾ ਸੀ। ਅਸੀਂ ਉਸ ਚੀਜ਼ ਦਾ ਪਛਤਾਵਾ ਹੈ ਸਾਨੂੰ ਵੀ ਅਸੀਂ ਰਸਤਾ ਜਿਹੜਾ ਸਾਡੀ ਗਲਤੀ ਸਾਡੀ ਨਹੀਂ ਸੀ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਰਸਤਿਆਂ ਦਾ ਬਿਲਕੁਲ, ਤੇ ਅਸੀਂ ਬਾਰਡਰ ਵਾਲੇ ਪਾਸੇ ਨੂੰ ਚਲੇ ਗਏ।
ਉੱਥੇ ਫਿਰ ਇੱਕ ਰਸਤੇ 'ਚ ਵੀ ਇੱਕ ਦੋ ਥਾਵਾਂ ਤੇ ਸਾਡਾ ਜਿਹੜੇ ਬੈਰੀਅਰ ਲੱਗੇ ਹੋਏ ਸੀ ਉਹਨਾਂ ਨੂੰ ਤੋੜ ਭੰਨ ਗਿਆ ਸੀ, ਨਿਕਲੇ ਆ ਜੀ। ਤੇ ਜਦੋਂ ਪੁਲਿਸ ਨੂੰ ਸ਼ੱਕ ਪੈ ਗਿਆ ਨਾ ਵੀ ਇਹ ਸਿਵਲ ਗੱਡੀਆਂ ਜਾਨੀ ਫੌਜ ਦੀਆਂ ਗੱਡੀਆਂ ਦੇ ਵਿੱਚ ਸਿਵਲ ਡਰੈਸ ਦੇ ਵਿੱਚ ਫੌਜੀ ਕਿਉਂ ਬੈਠੇ ਨੇ, ਹਾਂਜੀ, ਤੇ ਇਹ ਨਾਕੇ ਕਿਉਂ ਤੋੜ ਰਹੇ ਨੇ। ਫਿਰ ਉੱਥੋਂ ਜੀ ਸਾਡੇ ਵਿਰਾਟ ਨਗਰ ਇੱਕ ਥਾਣਾ ਆਉਂਦਾ ਜੀ ਰਾਜਸਥਾਨ ਦਾ ਜੀ, ਸਰਦਾਰ ਸ਼ਹਿਰ ਦੇ ਕੋਲ ਹੀ ਪੈਂਦਾ। ਉੱਥੋਂ ਫਿਰ ਉਹ ਪੁਲਿਸ ਸਾਡੇ ਮਗਰ ਲੱਗੀ। ਪਹਿਲਾਂ ਤਾਂ ਉਹਨਾਂ ਨੂੰ ਰੋਕਿਆ, ਅਸੀਂ ਨਹੀਂ ਰੁਕੇ, ਫਿਰ ਉਹ ਸਾਡੇ ਮਗਰ ਲੱਗੇ ਜੀ। ਫਿਰ ਉੱਥੇ ਇੱਕ ਸਰਦਾਰ ਹੀ ਸੀਗਾ ਜਿਹੜਾ ਇੰਸਪੈਕਟਰ ਸੀ ਉੱਥੇ ਜੀ, ਉਹਨਾਂ ਸਾਨੂੰ ਜਾਨੀ ਕਿਹਾ ਵੀ ਤੁਸੀਂ ਜਾਨੀ ਗਲਤ ਪਾਸੇ ਆ ਗਏ ਹੋ ਜਾਂ ਤੁਸੀਂ ਇਹ ਨਾ ਕੰਮ ਕਰੋ ਜੀ। ਤੇ ਅਸੀਂ ਫਿਰ ਜਿਹੜੇ ਸਾਡੇ ਸੀਨੀਅਰ ਬੰਦੇ ਸੀ ਅਮਰੀਕ ਸੋਂ ਹੋਰੀ ਜਾਂ ਹੋਰ ਜੀ, ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਵੇਖੋ ਜੀ ਤੁਸੀਂ ਸਾਡੇ ਕੋਲ ਨਾ ਆਇਆ ਜੀ, ਜੇ ਤੁਸੀਂ ਸਾਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਾਡੇ ਨਾਲ ਮੁਕਾਬਲਾ ਕੀਤਾ, ਤੁਸੀਂ ਸਾਡੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਗੋਲਾ ਬਰੂਦ ਇੰਨਾ ਜ਼ਿਆਦਾ ਹੈ ਤੇ ਸਾਨੂੰ ਤਾਂ ਸ਼ਹੀਦ ਹੋਣ ਦੀ, ਸਾਨੂੰ ਤਾਂ ਮਰਨ ਦੀ ਕੋਈ ਪਰਵਾਹ ਨਹੀਂ, ਅਸੀਂ ਤਾਂ ਮਰਨ ਲਈ ਨਿਕਲੇ ਆ। ਅਸੀਂ ਤਾਂ ਬਾਉਂਸ ਦੀ ਜ਼ਿੰਦਗੀ, ਹੁਣ ਜਿਹੜੀ ਜ਼ਿੰਦਗੀ ਅਸੀਂ ਚੱਲ ਰਹੇ ਆ ਇਹ ਸਾਡੀ ਬਾਉਂਸ ਦੀ ਜ਼ਿੰਦਗੀ ਆ ਜੀ। ਸਾਡਾ ਸਿੰਘ ਸਾਹਿਬ ਸੀ ਗਿਆਨੀ ਬਲਦੇਵ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲਾ ਜੀ, ਉਹ ਮੈਂ ਧਰਮ ਪ੍ਰਚਾਰ ਲਹਿਰ ਦਾ ਇੰਚਾਰਜ ਵੀ ਰਿਹਾ ਜੀ, ਉਹ ਸਾਡਾ ਮੁਖੀ ਸੀ ਜੀ। ਉਹ ਕਹਿੰਦਾ ਹੁੰਦਾ ਸੀ ਕਿਉਂਕਿ ਉਹ 13 ਸਿੰਘ ਜਿਹੜੇ ਉਦੋਂ ਫੌਜਾਂ ਬਾਬਾ ਫੌਜਾਂ ਹੋਣੀ ਸ਼ਹੀਦ ਹੋਏ 78 ਦੇ ਵਿੱਚ ਜੀ, ਵਿਸਾਖੀ ਵੇਲੇ, ਉਹਨਾਂ ਚੋਂ ਇੱਕ ਸੀ ਉਹ ਬਚਿਆ ਸੀ ਕੱਲਾ 14ਵਾਂ ਜੀ। ਉਹ ਸਾਨੂੰ ਕਹਿੰਦਾ ਹੁੰਦਾ ਸੀ, ਕਹਿੰਦਾ ਧਰਮੀ ਫੌਜੀਓ ਮੈਂ ਵੀ, ਮੇਰੀ ਵੀ ਬਾਉਂਸ ਦੀ ਜ਼ਿੰਦਗੀ ਹੈ ਤੇ ਧਰਮੀ ਫੌਜੀਓ ਤੁਹਾਡੀ ਵੀ ਬਾਉਂਸ ਦੀ ਜ਼ਿੰਦਗੀ ਹੈ। ਸੋ ਅਸੀਂ ਤਾਂ ਬਾਉਂਸ ਦੀ ਜ਼ਿੰਦਗੀ ਜੀ ਰਹੇ ਹਾਂ ਹੁਣ। ਅਸੀਂ ਤਾਂ ਉੱਥੇ ਸ਼ਹੀਦ ਹੋਣ ਨੂੰ ਵੀ ਤਿਆਰ ਸੀ ਵੀ ਜੇ ਹੋ ਜਾਂਦੇ ਤੇ ਚਲੋ ਸਾਡਾ ਵੀ ਸ਼ਾਇਦ ਸ਼ਹੀਦਾਂ ਦੇ ਵਿੱਚ ਨਾਂ ਆ ਜਾਂਦਾ, ਅਸੀਂ ਵੀ ਦੁਨੀਆ ਤੇ ਅਮਰ ਹੋ ਜਾਂਦੇ। ਪਰ ਚਲੋ ਜੋ ਅਕਾਲ ਪੁਰਖ ਦੀ ਜਾਨੀ ਬਖਸ਼, ਜੋ ਵੀ ਉਹਨੂੰ ਚਾਹੁੰਦਾ ਨਾ ਉਹ ਹੀ ਹੁੰਦਾ, ਉਹ ਤੋਂ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਹਾਲਾਂਕਿ ਇਹ ਸਵਾਲ ਨਹੀਂ ਬਣਦਾ, ਤੁਹਾਡੀਆਂ ਗੱਲਾਂ ਵਿੱਚ ਸਪਸ਼ਟ ਹੋ ਗਿਆ, ਪਰ ਇੱਕ ਸਵਾਲ ਜ਼ਰੂਰ ਕਰੂੰਗਾ, ਜਿੰਨੇ ਬੰਦੇ ਵੀ ਛੱਡ ਕੇ ਆਏ ਸੀ, ਸਭ ਤੋਂ ਪਹਿਲਾਂ ਤਾਂ ਆਪਾਂ ਗਿਣਤੀ ਦੀ ਗੱਲ ਕਰਾਂਗੇ ਵੀ ਲਗਭਗ ਕਿੰਨੇ। ਦੂਸਰਾ ਸਵਾਲ ਮੈਂ ਨਾਲ ਹੀ ਰੱਖ ਦੇਵਾਂ ਜੀ, ਕਿਸੇ ਇੱਕ ਨੂੰ ਵੀ ਪਛਤਾਵਾ ਨਹੀਂ ਕਿ ਫੈਸਲਾ ਗਲਤ ਲੈ ਲਿਆ? ਦੇਖੋ ਜੀ, ਜਿਹੜੀ ਗਿਣਤੀ ਦੀ ਤੁਸੀਂ ਗੱਲ ਕਰਦੇ ਹੋ, ਮੈਂ ਪਿੱਛੇ ਵੀ ਇੰਟਰਵਿਊ 'ਚ ਕਿਹਾ ਸੀ ਕਿ ਸਾਨੂੰ ਜੇ ਅਸੀਂ ਕਹੀਏ ਵੀ ਮੇਰੇ ਕੋਲ ਕੋਈ ਉਹਨਾਂ ਦਾ ਇਕੱਲੇ ਦਾ ਨਾਂ ਜਾਂ ਲਿਖਤ ਹੋਵੇ, ਬਿਲਕੁਲ ਨਹੀਂ ਹੋਣਾ, ਕਿਉਂਕਿ ਇੰਨਾ ਇਕੱਠਿਆਂ ਵੀ ਆਪਾਂ ਨਹੀਂ ਕਰ ਸਕਦੇ। ਬਿਲਕੁਲ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਟਾਸਕ ਫੋਰਸ ਦੇ ਵਿੱਚ ਮੈਂ ਭਰਤੀ ਹੋਇਆ ਬਤੌਰ ਸੇਵਾਦਾਰ ਜੀ। ਤੇ ਉੱਥੇ ਜਿਹੜੇ ਸਾਡੇ ਨਾਲ, ਜਿਹੜੇ ਸਾਡੇ ਤੋਂ ਪਹਿਲੋਂ ਦੇ ਸੀ ਸਿੰਘ ਧਰਮੀ ਫੌਜੀ ਜਿਹੜੇ ਭਰਤੀ ਹੋਏ ਸੀ, ਉਹਨਾਂ ਦੇ ਕਹਿਣ ਮੁਤਾਬਕ ਹੈ ਇਹ। ਕੁਛ ਮੇਰੇ ਕੋਲ ਲਿਖਤ ਵੀ ਹੈਗੀ ਆ, ਲਿਸਟ ਵੀ ਹੈਗੀ ਆ, ਪਰ ਉਹਨਾਂ ਦੇ ਕਹਿਣ ਮੁਤਾਬਕ ਅਸੀਂ 6225 ਹਾਂ, ਇੰਨੇ ਕੁ 6200 ਸਵਾ 6200 ਬੰਦਾ ਯਾਨੀ ਪੂਰਾ ਇੰਡੀਆ ਦਾ। ਉਹਦੇ 'ਚ ਹਰਿਆਣੇ ਦੇ ਸਿੰਘ ਵੀ ਨੇ, ਜੰਮੂ ਕਸ਼ਮੀਰ ਦੇ ਸਿੰਘ ਵੀ ਨੇ, ਪੰਜਾਬ ਦੇ ਸਿੰਘ ਵੀ ਨੇ, ਯੂਪੀ ਤੋਂ ਵੀ ਨੇ ਜੀ, ਯਾਨੀ ਹਰ ਸਟੇਟ ਚੋਂ, ਜਿਵੇਂ ਰਾਜਸਥਾਨ ਚੋਂ ਵੀ ਨੇ ਜੀ, ਤੇ ਹਰ ਸਟੇਟ ਚੋਂ ਹੀ ਨੇ। ਉਹਦੇ 'ਚ 6200 ਸਵਾ 6200 ਬੰਦਾ ਸੀਗਾ। ਪਛਤਾਵਾ ਕਿਸੇ ਨੇ ਨਹੀਂ, ਮੈਂ ਨਾ ਵੀ ਮੇਰਾ ਖਿਆਲ ਆ ਵੀ ਸਾਰੇ, ਕੋਈ ਭਾਵੇਂ 100 ਚੋਂ ਇੱਕ, ਕਿਉਂਕਿ ਜਿਹੜੇ ਵਿਚਾਰੇ ਕੋਈ ਬਾਹਲੇ ਗਰੀਬ ਹੋਣਗੇ ਉਹ ਤਾਂ ਪਛਤਾਉਂਦੇ ਹੀ ਹੋਣਗੇ, ਜਿਹੜੇ ਰੋਟੀ ਤੋਂ ਆਥਰ ਨੇ ਇਸ ਟਾਈਮ ਉਹ ਤਾਂ ਪਛਤਾਉਂਦੇ। ਇਹ ਤਾਂ ਸਾਡੀ ਕੌਮ ਨੂੰ ਚਾਹੀਦਾ ਸੀ ਨਾ ਮਗਰੋਂ ਉਹਨਾਂ ਨੂੰ ਸੰਭਾਲਣਾ। ਮੈਂ ਇਹੀ ਸਵਾਲ ਕਰਨਾ ਸੀ, ਮੈਂ ਸ਼ਾਇਦ ਸਵਾਲ ਤੁਹਾਨੂੰ ਪਹਿਲਾਂ ਵੀ ਤਾਂ ਹੀ ਇਹ ਰੱਖਿਆ ਸੀ ਕਿ ਤੁਸੀਂ ਟਾਸਕ ਫੋਰਸ ਵਿੱਚ ਲੱਗ ਗਏ, SGPC ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਹਾਨੂੰ ਰਿਜ਼ਕ ਦੇਤਾ ਕਿ ਜੋ 6200 ਸਮਥਿੰਗ ਦੀ ਗਿਣਤੀ ਸੀ, ਸਾਰਿਆਂ ਨੂੰ ਇਹਨਾਂ ਜਥੇਬੰਦੀ ਨੇ, SGPC ਨੇ ਜਾਂ ਹੋਰ ਜਥੇਬੰਦੀਆਂ ਨੇ ਸਾਂਭਿਆ ਸਤਿਕਾਰ ਨਾਲ ਜਾਂ ਫਿਰ ਨਹੀਂ ਸਾਂਭਿਆ? ਜਿਹੜੇ ਤਾਂ ਸੀ ਜੀ ਜਿਨ੍ਹਾਂ ਦਾ ਜਰਨਲ ਕੋਰਟ ਮਾਰਸ਼ਲ ਹੋਇਆ ਸੀ, 350 ਬੰਦਾ ਇਹ ਸੀ। ਜਿਹੜੇ ਇਹ 2 ਕੋਰਟ ਮਾਰਸ਼ਲ ਹੁੰਦੇ ਸਾਡੇ, 2 ਸਜ਼ਾਵਾਂ ਹੁੰਦੀਆਂ ਨੇ। ਇੱਕ ਜਰਨਲ ਕੋਰਟ ਮਾਰਸ਼ਲ ਜਿਹੜਾ ਕਿ ਕੋਰਟ ਮਾਰਸ਼ਲ ਹੋਣ ਤੋਂ ਬਾਅਦ ਉਹ ਡਿਸਮਿਸ ਫਰੋਮ ਸਰਵਿਸ ਹੋ ਜਾਂਦੇ ਆ ਤੇ ਉਹ ਸਿਵਲ ਜੇਲ੍ਹ ਚਲੇ ਜਾਂਦੇ ਆ ਜੀ। ਉਹਨਾਂ ਨੂੰ ਕਿਸੇ ਨੂੰ 12 ਸਾਲ ਹੋਈ ਸੀ, ਜਿਵੇਂ ਸਾਡਾ ਇੱਥੇ ਧਰਮੀ ਫੌਜੀਆਂ ਦਾ ਗੁਰਦੁਆਰਾ ਸਾਹਿਬ ਬਣ ਰਿਹਾ ਅਬੋਹਰ ਜੀ, ਉੱਥੇ ਜਿਹੜਾ ਸਿੰਘ ਸੇਵਾ ਕਰ ਰਿਹਾ ਜਸਪਾਲ ਸਿੰਘ, ਉਹਨੂੰ 20 ਸਾਲ ਸਜ਼ਾ ਹੋਈ ਸੀ ਜੀ। ਤੇ ਸਾਡੇ ਮੇਰੇ ਨਾਲ ਹੀ ਮੇਰੀ ਯੂਨਿਟ ਦਿਆਂ ਨੂੰ ਵੀ ਜਿਹੜੇ 171 ਫੀਲਡ ਦੇ ਸਨ, ਕਿਸੇ ਨੂੰ 12 ਸਾਲ, ਕਿਸੇ ਨੂੰ 6 ਸਾਲ, ਕਿਸੇ ਨੂੰ 4 ਸਾਲ, ਇਸ ਤਰ੍ਹਾਂ ਸਜ਼ਾ ਹੋਈ ਸੀ। ਦੂਜੀ ਸਜ਼ਾ ਹੁੰਦਾ ਸਮਰੀ ਕੋਰਟ ਮਾਰਸ਼ਲ ਜੀ। ਜਿਹੜਾ ਸਮਰੀ ਕੋਰਟ ਮਾਰਸ਼ਲ ਹੁੰਦਾ ਉਹ ਆਪਦੀ ਸਜ਼ਾ ਕੱਟ ਕੇ ਜੀ ਯੂਨਿਟ ਦੇ ਵਿੱਚ ਹੀ ਜਾਂ ਸਿਕੰਦਰਾਬਾਦ ਭੇਜ ਦਿੰਦੇ, ਉੱਥੋਂ ਸਜ਼ਾ ਕੱਟ ਕੇ ਬਾਅਦ ਦੇ ਵਿੱਚ ਉਹ ਫਿਰ ਉਹਨੂੰ ਬਹਾਲ ਕਰ ਲੈਂਦੇ ਆ, ਉਹਨੂੰ ਨੌਕਰੀ ਤੇ ਬਹਾਲ ਕੀਤਾ ਜਾਂਦਾ, ਉਹ ਬਾਅਦ ਚ ਆਪਦੀ ਨੌਕਰੀ ਕਰਕੇ ਆਉਂਦੇ। ਉਸ ਤੋਂ ਬਾਅਦ ਤੀਸਰੀਆਂ ਜਿਹੜੇ ਨਵੇਂ ਰੰਗਰੂਟ ਉਦੋਂ ਭਰਤੀ ਹੋਏ ਸੀ ਜੀ, ਵਿਚਾਰੇ ਜਿਹੜੇ SRC ਸਿੱਖ ਰੈਜੀਮੈਂਟ ਸੈਂਟਰ ਰਾਮਗੜ੍ਹ ਸੀ ਜੀ, ਤੇ ਉਹਨਾਂ ਦੇ ਵਿੱਚ ਜਿਹੜੇ ਸੀ ਉਹਨਾਂ ਨੂੰ ਥੋੜ੍ਹੀਆਂ ਸਜ਼ਾਵਾਂ ਦੇ ਕੇ ਤੇ ਉਹਨਾਂ ਨੂੰ ਫਿਰ ਦੂਜੀਆਂ ਯੂਨਿਟਾਂ ਦੇ ਵਿੱਚ ਭੇਜ ਦਿੱਤਾ ਗਿਆ। ਜਿਵੇਂ ਸਿੱਖ ਰੈਜੀਮੈਂਟ ਵਾਲੇ ਨੂੰ ਆਰਮਡ ਦੇ ਵਿੱਚ ਭੇਜਤਾ, ASC 'ਚ ਭੇਜਤਾ, EME 'ਚ ਭੇਜਤਾ, ਇਸ ਤਰ੍ਹਾਂ ਕਰਕੇ। ਪਰ ਪਛਤਾਵਾ ਕਿਸੇ ਨੂੰ ਨਹੀਂ ਸੀ। ਤੇ ਬਾਕੀ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਸੰਸਥਾਵਾਂ ਨੇ ਜੀ ਸਾਡੀ ਸਾਰ ਲਈ ਕਿ ਨਹੀਂ, ਵੀਰ ਜੀ ਮੈਂ ਬੜੀ ਸ਼ਰਮ ਨਾਲ ਕਹਿ ਸਕਦਾ ਇਹ ਗੱਲ, ਬੜੀ ਮੈਨੂੰ ਅਫਸੋਸ ਹੋ ਰਿਹਾ ਹੈ ਵੀ ਕਿਸੇ ਵੀ ਸੰਸਥਾ ਨੇ ਜਿਹੜੀਆਂ ਸਾਡੀਆਂ ਪਿੱਠ ਤੇ ਸਾਡਾ ਜਾਨੀ ਨਾਂ
ਵਰਤ ਕੇ ਹੂੰ ਧਰਮੀ ਫੌਜੀਆਂ ਦਾ, ਜਿਨ੍ਹਾਂ ਨੇ ਬਾਹਰੋਂ ਵੀ ਬਹੁਤ ਪੈਸਾ ਇਕੱਠਾ ਕਰ ਲਿਆ। ਮੈਂ ਹੁਣ ਕੀ ਨਾਂ ਲਵਾਂ ਇਹਨਾਂ ਦਾ, ਤੁਸੀਂ ਸਮਝ ਹੀ ਗਏ ਹੋਵੋਗੇ। ਇੱਕ ਵੱਡਾ ਟੱਬਰ ਆ ਜਿਹੜਾ, ਸਮਝ ਗਿਆ ਜੀ, ਹਾਂਜੀ, ਇੱਕ ਵੱਡਾ ਟੱਬਰ ਹੈ ਜਿਹੜਾ, ਉਹਨਾਂ ਨੇ ਵੀ ਸਾਡਾ ਨਾਂ ਵਰਤ ਕੇ, ਸਾਨੂੰ ਵਰਤ ਕੇ ਥਰੂ ਜਾਣੀ ਜਿਵੇਂ ਆਂਦੇ ਨੇ ਨਾ ਵਰਤਿਆ ਤੇ ਸੁੱਟਤਾ, ਉਸ ਤਰ੍ਹਾਂ ਸਾਨੂੰ ਯੂਜ਼ ਐਂਡ ਥਰੋ ਕੀਤਾ ਹੈ ਸਾਡੇ ਨਾਲ। ਸਾਡਾ ਕੋਈ ਇਹਨਾਂ ਨੇ ਜਾਣੀ ਸਾਰ ਨਹੀਂ ਲਈ ਸਾਡੀ। ਹਾਂ, ਇੱਕ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕਿਵੇਂ ਮਿਹਰ ਪੈ ਗਈ, ਜਾਂ ਕੋਈ ਚੰਗੇ ਅਫਸਰ ਹੋਣਗੇ ਜਿਹੜੇ ਉਸ ਟਾਈਮ ਸਕੱਤਰ ਚੰਗੇ ਹੋਣਗੇ, ਜਾਂ ਉਸ ਟਾਈਮ ਪ੍ਰਧਾਨ ਕੋਈ ਚੰਗਾ ਹੋਊਗਾ, ਇਹਨਾਂ ਨੇ ਸਾਨੂੰ 50,000 ਰੁਪਈਆ ਦਿੱਤਾ ਹੈ ਜੀ। ਸਾਰੇ ਧਰਮੀ ਫੌਜੀਆਂ ਨੂੰ ਜਿਹੜੇ ਵਿਚਾਰੇ ਰਹਿ ਗਏ ਨੇ ਅਜੇ, ਉਹ ਰੋਂਦੇ ਫਿਰਦੇ ਨੇ, ਰੁਲਦੇ ਫਿਰਦੇ, ਉਹਨਾਂ ਨੂੰ ਹੁਣ ਬਿਲਕੁਲ ਨਹੀਂ ਦੇ ਰਹੇ, ਪਰ ਸਾਨੂੰ ਉਸ ਟਾਈਮ 50,000 ਰੁਪਈਆ ਦਿੱਤਾ ਜੀ। ਮਾਫ ਕਰਨਾ ਜੀ, ਤੁਹਾਡੀ ਗੱਲ ਵਿੱਚ ਹੈ, ਪਰ ਕੁਰਬਾਨੀ ਦਾ ਮੁੱਲ 50,000 ਰੁਪਈਆ ਤਾਂ ਐਂ ਕਹਿ ਦਈਏ ਕਿ ਕੱਖ ਵੀ ਨਹੀਂ। ਜਿਸ ਤਰੀਕੇ ਦੀ ਤੁਹਾਡੀ ਕੁਰਬਾਨੀ ਹੈ, ਜਿਸ ਤਰੀਕੇ ਦੀ ਤੁਹਾਡੀ ਦੇਣ ਹੈ, ਤੇ ਜਿਸ ਟੱਬਰ ਦਾ ਤੁਸੀਂ ਜ਼ਿਕਰ ਕੀਤਾ ਹੈ, ਮੈਂ ਉਸ ਟੱਬਰ ਦੇ ਉੱਤੇ ਖੁੱਲ ਕੇ ਵੀ ਕਹਿਣਾ ਹੁੰਦਾ ਕਿ ਕਾਫੀ ਚਿਰ ਦੇ ਕਾਬਜ਼ ਨੇ, ਬਹੁਤ ਵੱਡੇ ਬਜਟ ਨੇ ਜਿਨ੍ਹਾਂ ਨੂੰ ਉਹਨਾਂ ਨੇ ਸੰਭਾਲੀ ਰੱਖਿਆ ਹੈ, ਪਰ ਕੌਮ ਚਾਹੇ 1984 ਦੇ ਵਿੱਚ ਮਾਝੇ ਵਿੱਚ ਅੱਜ ਤੱਕ ਜੰਨਾਂ ਨਹੀਂ ਚੜੀਆਂ ਜੀ, ਕਿਉਂਕਿ ਅਸੀਂ ਦੇਖਿਆ ਦਾਦੇ ਤੁਰ ਗਏ, ਪੁੱਤ ਤੁਰ ਗਏ, ਤੇ ਮਗਰ ਛੋਟੇ ਪੋਤੇ ਵੀ ਤੁਰ ਗਏ। ਅੱਜ ਤੱਕ ਉੱਥੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗੇ ਨੇ। ਉਸੇ ਹੀ ਦੌਰ ਦੇ ਵਿੱਚ ਤੁਹਾਡੀ ਕੁਰਬਾਨੀ, ਤੁਸੀਂ ਰਿਜ਼ਕ ਨੂੰ ਲੱਤ ਮਾਰ ਕੇ ਧਰਮ ਨੂੰ ਮੂਹਰੇ ਰੱਖਿਆ। ਤੁਹਾਡੀ ਕੁਰਬਾਨੀ ਕਾਬਲੇ ਤਾਰੀਫ ਹੈ। ਉਹਦੇ ਵਿੱਚ 50,000 ਰੁਪਈਆ ਮੈਂ ਉਸ ਨੂੰ ਮੰਨ ਕੇ ਹੀ ਨਹੀਂ ਚੱਲਦਾ, ਕਿਉਂਕਿ ਬਹੁਤ ਵੱਡੀ ਦੇਣ ਹੈ। ਪਰ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਆ ਤਾਂ ਤੁਸੀਂ ਜ਼ਿਕਰ ਕਰਦੇ ਸੀ ਕਿ ਟੌੜਾ ਸਾਹਿਬ ਦਾ, ਟੌੜਾ ਸਾਹਿਬ ਦੇ ਨਾਲ ਤੁਸੀਂ ਟਾਸਕ ਫੋਰਸ ਦੇ ਵਿੱਚ ਚਲੇ ਗਏ, ਪਰ ਇਹਨਾਂ ਨੇ ਉਸ ਵਕਤ ਕੋਈ ਕ੍ਰਾਈਟੇਰੀਆ ਰੱਖਿਆ ਸੀ ਵੀ ਇਹਨਾਂ ਨੂੰ ਅਸੀਂ ਟਾਸਕ ਫੋਰਸ 'ਚ ਰੱਖਣਾ ਹੈ, ਇਹਨਾਂ ਨੂੰ ਰੱਖਣਾ ਨਹੀਂ? ਕਿਵੇਂ ਇਹਨਾਂ ਨੇ ਪਿਕ ਕਰ ਲਏ ਵੀ ਆਹ ਬੰਦੇ ਕਿ ਸਾਰੇ ਦੇ ਸਾਰੇ ਰੱਖ ਲਏ ਗਏ? ਨਹੀਂ ਜੀ, ਉਹਦੇ 'ਚ ਜ਼ਿਆਦਾ ਬੰਦੇ ਜਿਹੜੇ ਜਨਰਲ ਕੋਰਟ ਮਾਰਸ਼ਲ ਵਾਲੇ ਸੀ, ਉਹਨਾਂ ਨੂੰ ਤਾਂ ਦੁਬਾਰਾ ਕਿਸੇ ਨੂੰ ਰੇਲਵੇ 'ਚ ਨੌਕਰੀ ਮਿਲ ਗਈ, ਕਿਸੇ ਨੂੰ ਡਾਕ ਵਿਭਾਗ 'ਚ ਮਿਲ ਗਈ, ਕਿਸੇ ਨੂੰ ਕਿਸੇ ਮਿਲ ਗਈ, ਤੇ ਜਾਣੀ ਕਈਆਂ ਨੇ ਕੀਤੀ, ਕਈਆਂ ਨੇ ਨਹੀਂ ਕੀਤੀ। ਤੇ ਸਾਨੂੰ ਜਿਹੜੇ ਅਸੀਂ ਸੀਗੇ ਸਮਰੀ ਕੋਰਟ ਮਾਰਸ਼ਲ ਵਾਲੇ, ਉਹ ਸਾਨੂੰ ਇੰਨੀ ਖਾਸ ਕਰਕੇ ਆਪਣੇ ਇਸ ਏਰੀਏ ਨੂੰ ਜੀ, ਜਿਹੜਾ ਆਪਣਾ ਏਰੀਆ ਸੀ ਮੁਕਤਸਰ ਫਰੀਦਕੋਟ ਏਰੀਆ, ਜਾਂ ਇਹ ਏਰੀਆ ਸੀ ਜਿਹੜਾ ਸੰਗਰੂਰ ਇਧਰਲਾ ਸਾਈਡ ਜੀ, ਸਾਨੂੰ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ ਵੀ SGPC ਕੀ ਹੁੰਦੀ ਆ। ਅਸੀਂ ਤਾਂ ਸਿਰਫ ਜਦੋਂ ਜਾਂਦੇ ਹਨ, ਛੁੱਟੀ ਆਏ ਕਦੇ ਜਾਣਾ, ਤੇ ਗੁਰਦੁਆਰਾ ਸਾਹਿਬ ਸਿੱਧੇ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕ ਕੇ ਹੀ ਉੱਥੋਂ ਵਾਪਸ ਆ ਜਾਂਦੇ ਹੁੰਦੇ ਸੀ ਵੀ ਸਾਡਾ ਇਹ ਕਾਬਾ ਹੈ, ਬਿਲਕੁਲ ਪੱਕਾ ਹੈ ਸਾਡਾ, ਬਿਲਕੁਲ। ਤੇ ਅਸੀਂ ਤਾਂ ਸਿਰਫ ਉੱਥੋਂ ਤੱਕ ਹੀ ਸੀਮਿਤ ਸੀਗੇ। ਸਾਨੂੰ ਸ਼੍ਰੋਮਣੀ ਕਮੇਟੀ ਬਾਰੇ ਜਾਂ ਇਹਨਾਂ ਬਾਰੇ ਪਤਾ ਨਹੀਂ ਵੀ ਇਹਨਾਂ ਦਾ ਇੰਨਾ ਵੱਡਾ ਬਜਟ ਹੁੰਦਾ ਹੈ ਜਾਂ ਕੀ ਇਸ ਤਰ੍ਹਾਂ ਕਰਦੇ। ਤੇ ਬਾਅਦ ਦੇ ਵਿੱਚ ਜਦੋਂ ਟੌੜਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਸਾਡੀ ਟਾਸਕ ਫੋਰਸ ਦੀ ਭਰਤੀ ਹੋਈ ਹੈ ਜੀ, ਤੇ ਇਹ ਉੱਥੇ ਮੇਰੇ ਸਿੰਘ ਦੱਸਦੇ ਹੁੰਦੇ ਸਨ ਵੀ ਉੱਥੋਂ ਕੋਈ DC ਸੀਗਾ ਉਸ ਟਾਈਮ, ਬਹੁਤ ਚੰਗਾ ਜੀ। ਜਦੋਂ ਇਹ 2001-2 ਦੀ ਗੱਲ ਆ ਜੀ, ਤੇ DC ਸਾਹਿਬ ਬਹੁਤ ਚੰਗੇ ਸੀ। ਉਹਨਾਂ ਨੇ ਇਹ ਪ੍ਰਪੋਜ਼ਲ ਰੱਖਿਆ ਵੀ ਆਪਾਂ ਕੋਈ ਇਸ ਤਰ੍ਹਾਂ ਦੀ ਫੌਜ ਤਿਆਰ ਕਰੀਏ, ਆਰਮੀ ਬੰਦੇ ਤਿਆਰ ਕਰੀਏ ਜਿਹੜੇ ਸਾਡੇ ਗੁਰਦੁਆਰਾ ਸਾਹਿਬ 'ਚ ਵੀ ਵਰਕ ਗੁਰਦੁਆਰਾ ਸਾਹਿਬ 'ਚ ਕਰਨ, ਸਾਨੂੰ ਪੂਰੀ CID ਦੇਣ ਜੀ, ਤੇ ਅੱਧੀ ਤਨਖਾਹ ਉਹਨਾਂ ਨੂੰ ਅਸੀਂ ਦਈਏ ਤੇ ਅੱਧੀ ਤਨਖਾਹ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇਵੇ ਜੀ। ਇਸ ਤਰ੍ਹਾਂ ਦਾ ਕੋਈ ਪ੍ਰਪੋਜ਼ਲ ਸੀਗਾ। ਪਰ ਇਹ ਟੌੜਾ ਸਾਹਿਬ ਨੂੰ ਪਤਾ ਲੱਗਿਆ ਕਿ ਟੌੜਾ ਸਾਹਿਬ ਜਿਹੜਾ ਸੀ ਉਹ ਭਾਵੇਂ ਕਿਸ ਤਰ੍ਹਾਂ ਵੀ ਸੀ, ਮਰਦਾ ਸੀ ਪੰਥ ਤੇ ਜੀ, ਬਿਲਕੁਲ ਪੰਥ ਲਈ ਉਹਦੀ ਕੁਰਬਾਨੀ ਹੈਗੀ ਆ। ਉਹਨਾਂ ਨੇ ਫਿਰ ਇਹ ਸਾਨੂੰ ਛੇਤੀ ਸਾਰੇ ਮੈਂਬਰ ਸਾਹਿਬਾਂ ਨੂੰ, ਜਿਹੜੇ SGPC ਮੈਂਬਰ ਸੀ ਜਾਂ ਜਿਹੜੇ ਉਸ ਟਾਈਮ ਸਕੱਤਰ ਸੀਨੀਅਰ ਬੰਦੇ ਸੀ, ਉਹਨਾਂ ਨਾਲ ਸਲਾਹ ਕਰਕੇ, ਤੇ ਉਹਨਾਂ ਨੇ ਆਖਿਆ ਵੀ ਜਿੰਨੇ ਵੀ ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ ਸੀ ਨਾ, ਉਹਨਾਂ ਨੂੰ ਇਕੱਠਿਆਂ ਕਰਕੇ ਭਾਲ ਕੇ ਲਿਆਓ, ਪਿੰਡਾਂ ਦੇ ਵਿੱਚੋਂ ਲੱਭ ਕੇ ਲਿਆਓ, ਤੇ ਉਹਨਾਂ ਨੂੰ ਆਪਾਂ ਟਾਸਕ ਫੋਰਸ ਬਣਾਉਣੀ ਆ ਆਪਾਂ। ਇਹਨਾਂ ਨੇ ਫਿਰ ਪਹਿਲੋਂ ਉੱਥੋਂ ਮਾਝੇ ਏਰੀਏ ਦੇ ਜਿਹੜੇ ਸੀ, ਗੁਰਦਾਸਪੁਰ ਸਾਈਡ ਦੇ ਸਾਡੇ ਵੀਰ ਜਿਹੜੇ ਸਾਡੇ ਨਾਲ ਬੈਰਕਾਂ ਛੱਡੀਆਂ ਸੀ, ਜਾਂ ਅੰਮ੍ਰਿਤਸਰ ਸਾਹਿਬ ਦੇ ਜਾਂ ਤਰਨਤਾਰਨ ਦੇ ਲਾਗੇ ਦੇ, ਇਹਨਾਂ ਨੇ ਉਦੋਂ ਟੌੜਾ ਸਾਹਿਬ ਨੇ ਬੰਦੇ ਇਕੱਠੇ ਕਰਕੇ ਨਾ ਧਰਮੀ ਫੌਜੀ ਜੀ, ਉਹਨਾਂ ਨੂੰ ਇਹਨਾਂ ਨੇ ਰਾਈਫਲਾਂ ਫੜਾਤੀਆਂ ਸੀ ਵੀ ਆਹ ਸਾਡੀ ਜੀ ਟਾਸਕ ਫੋਰਸ ਆ। ਤੁਸੀਂ ਕਿਹੜੀ ਟਾਸਕ ਫੋਰਸ ਦੀ ਗੱਲ ਕਰਦੇ ਹੋ? ਸਾਡੀ ਤਾਂ ਟਾਸਕ ਫੋਰਸ ਆਲਰੇਡੀ ਹੈਗੀ ਆ ਜੀ, ਅਸੀਂ ਸਾਡੇ ਧਰਮੀ ਫੌਜੀ ਨੇ, ਸਾਡੀ ਟਾਸਕ ਫੋਰਸ ਆ। ਉਸ ਤੋਂ ਬਾਅਦ ਫਿਰ ਮੈਨੂੰ 2003 ਚ ਮੈਨੂੰ ਵੀ ਜਥੇਦਾਰ ਗੁਰਪਾਲ ਸਿੰਘ ਗੋਰਾ, ਆਪਣਾ ਫੱਕਰ ਸਰ ਵਾਲੇ ਜੀ, ਇਹਨਾਂ ਦੇ ਨਾਲ ਮੈਂ ਫਿਰਦਾ ਤੁਰਦਾ ਰਹਿੰਦਾ ਸਾਂ, ਮੈਂ ਇਹਨਾਂ ਦੇ ਨਾਲ ਚੰਗਾ ਆਉਣ ਜਾਣ ਸੀ। ਤੇ ਇਹਨਾਂ ਨੇ ਮੈਨੂੰ ਪੁੱਛਿਆ, ਕਹਿੰਦਾ ਕਿਰਪਾਲ ਤੂੰ ਧਰਮੀ ਫੌਜੀ ਆ? ਮੈਂ ਕਿਹਾ ਹਾਂਜੀ। ਆਂਦਾ ਯਾਰ ਤੁਹਾਨੂੰ ਤਾਂ ਅਸੀਂ ਦੀਵਾ ਲੈ ਕੇ ਲੱਭਦੇ ਫਿਰਦੇ ਆ, ਤੁਸੀਂ ਲੱਭਦੇ ਨਹੀਂ, ਚੱਲ ਮੇਰੇ ਨਾਲ ਅੰਮ੍ਰਿਤਸਰ। ਜਦੋਂ ਅੰਮ੍ਰਿਤਸਰ ਗਏ ਤੇ ਫਿਰ ਮੈਂ ਭਰਤੀ ਹੋ ਗਿਆ ਜੀ ਉੱਥੇ। ਬਿਲਕੁਲ। ਹੁਣ ਥੋੜੀ ਜਿਹੀ ਅਸੀਂ ਗੱਲ ਚਾਹੇ ਇਹਦੇ ਨਾਲ ਜੁੜੀ ਰਹੂਗੀ, ਪਰ ਥੋੜੀ ਜਿਹੀ ਕੱਟ ਕੇ ਵੀ ਚੱਲੂਗੀ। ਜੂਨ 1984 ਫੌਜ ਦਾ ਵੱਡਾ ਹਮਲਾ ਜੀ। ਫੌਜ ਦੇ ਵਿੱਚ ਕੁਝ ਅਫਸਰ ਹਮਲੇ ਵਿੱਚ ਜਿਨ੍ਹਾਂ ਦੇ ਨਾਮ ਅਗਰ ਸਿੰਘ ਲੱਗਦਾ ਸੀ ਜੀ, ਕੁਝ ਅਫਸਰ ਐਂ ਕਹਿ ਲਈਏ ਕਿ ਗੈਰ ਸਿੰਘ ਸੀ ਜੀ। ਹਾਲਾਂਕਿ ਇਹਨੂੰ ਥੋੜੇ ਸ਼ਬਦਾਂ ਦੇ ਵਿੱਚ
ਇਹਦੀ ਗਲਤੀ ਕਹਿ ਦੇਣਾ ਤਾਂ ਇੱਕ ਗਲਤ ਜੱਜਮੈਂਟ ਹੋਊਗੀ। ਹਾਂਜੀ ਇਹਦੇ ਵਿੱਚ ਸਿਆਸੀ ਬੰਦੇ ਵੀ ਸੀ, ਜੀ। ਉਹ ਸਿਆਸੀ ਵੀ ਸੀ ਜਿਹੜੇ ਹਾਂ ਦਾ ਨਾਰਾ ਮਾਰਦੇ ਸੀ ਹਾਂਜੀ, ਤੇ ਉੱਤੇ ਜਾ ਕੇ ਥਾਪੀ ਦਿਆਉਂਦੇ ਸੀ ਵੀ ਠਈ ਆ ਕਰੀ ਆਓ, ਪੱਕਾ ਜੀ ਉਹ ਵੀ ਸੀ। ਪਰ ਮੈਂ ਇੱਕ ਗੱਲ ਕਹਾਂ, ਫੌਜ ਦੀ ਕਿੰਨੀ ਕੁ ਗਲਤੀ ਮੰਨਦੇ ਹੋ? ਫੌਜ ਉਸ ਵਕਤ ਜੇਕਰ ਚਾਹੁੰਦੀ ਤਾਂ ਪਿਛਾਂਹ ਹਟ ਸਕਦੀ ਸੀ। ਦੇਖੋ ਜੀ, ਇਹ ਤਾਂ ਜਿਹੜੇ ਸਾਡੇ ਲੀਡਰਾਂ ਦਾ ਥਾਪੜਾ ਸੀ ਜੀ ਫੌਜ ਦੇ ਅਫਸਰਾਂ ਤੇ, ਜਾਂ ਪਿੱਛੇ ਜਿਹੜੀ ਕਮਾਂਡ ਉੱਪਰ ਬੀਬੀ ਇੰਦਰਾ ਗਾਂਧੀ ਦਿੰਦੀ ਸੀ, ਜੀ ਜਦੋਂ ਸਾਡੇ ਲੀਡਰ ਹੀ ਉਹਨਾਂ ਨਾਲ ਰਲੇ ਹੋਏ ਸੀਗੇ, ਬਿਲਕੁਲ, ਤੇ ਫਿਰ ਪਿੱਛੇ ਫੌਜ ਕਿਵੇਂ ਹਟਦੀ ਜੀ? ਕਿਉਂਕਿ ਉਹ ਸਾਡੇ ਲੀਡਰ ਉਧਰ ਰਲੇ ਸੀ, ਬੀਬੀ ਕਮਾਂਡ ਅਫਸਰਾਂ ਨੂੰ ਕਰ ਰਹੀ ਸੀ, ਅਫਸਰ ਕਮਾਂਡ ਜਵਾਨਾਂ ਨੂੰ ਕਰ ਰਹੇ ਸੀ। ਜਵਾਨਾਂ ਦੀ ਇਹਦੇ ਚ ਦੇਖੋ ਜੀ, ਜਿਹੜਾ ਸਾਨੂੰ ਟਾਸਕ ਮਿਲਦਾ ਨਾ ਫੌਜੀ ਨੂੰ, ਜੀ ਸਾਨੂੰ ਕਰਨਾ ਪੈਂਦਾ ਜੀ। ਉਹ ਮੈਂ ਉਹਨਾਂ ਫੌਜੀਆਂ ਦੀ, ਬੇਸ਼ੱਕ ਸਾਡੇ ਤੇ ਉਹਨਾਂ ਨੇ ਅਟੈਕ ਕੀਤਾ, ਸਾਡੇ ਧਰਮ ਤੇ ਉਹਨਾਂ ਨੇ ਬੜਾ ਕੁਝ ਕੀਤਾ, ਬੂਟ ਪਾ ਕੇ ਸਾਡੇ ਸਰੋਵਰ ਜਾਨੀ ਕੰਢੇ ਸਾਡੀਆਂ ਪ੍ਰਕਰਮਾਂ 'ਚ ਤੁਰੇ ਫਿਰਦੇ ਰਹੇ, ਠੀਕ ਆ ਜੀ। ਉੱਥੇ ਲਹੂ ਲੁਹਾਨ ਸਾਡੀਆਂ ਧੀਆਂ ਭੈਣਾਂ ਨੂੰ, ਸਾਡੇ ਛੋਟੇ ਛੋਟੇ ਬੱਚਿਆਂ ਨੂੰ ਗੋਦੀ ਦੇ ਵਿੱਚ ਗੋਲੀਆਂ ਮਾਰੀਆਂ ਉਹਨਾਂ ਫੌਜੀਆਂ ਨੇ। ਪਰ ਇਸ ਤਰ੍ਹਾਂ ਦੇ ਵੀ ਫੌਜੀ ਹੈਗੇ ਸੀ ਜਿਹੜੇ ਪਛੋਤਾਵਾ ਵੀ ਕਰਦੇ ਸੀ। ਕਈ ਹੈਗੇ ਸੀ ਜਿਹੜੇ ਬਾਹਲੇ ਪਿੱਠੂ ਸੀਗੇ ਇਹਨਾਂ ਦੇ ਗਵਰਨਮੈਂਟ ਦੇ, ਤੇ ਕਈ ਇਸ ਤਰ੍ਹਾਂ ਦੇ ਵੀ ਸੀ ਜਿਨ੍ਹਾਂ ਨੂੰ ਪਛੋਤਾਵਾ ਵੀ ਸੀ, ਅਫਸੋਸ ਵੀ ਕਰਦੇ ਸੀ। ਸੋ ਉਹ ਫੌਜੀਆਂ ਦਾ ਮੈਂ ਹਾਂ, ਗਲਤੀ ਤਾਂ ਉਹਨਾਂ ਦੀ ਹੈਗੀ ਆ ਬਿਲਕੁਲ, ਤੇ ਪਰ ਇੰਨੀ ਗਲਤ ਵੀ ਨਹੀਂ, ਕਿਉਂਕਿ ਗਲਤੀ ਸਾਰੀ ਸਾਡੇ ਆਪਣੇ ਲੀਡਰਾਂ ਦੀ ਸੀ, ਜਾਂ ਇੰਦਰਾ ਗਾਂਧੀ ਦੀ ਸੀ, ਤੇ ਜਾਂ ਅਫਸਰਾਂ ਦੀ ਸੀ। ਤੁਸੀਂ ਜਦੋਂ ਉੱਥੋਂ ਆ ਰਹੇ ਸੀ, ਛੱਡ ਕੇ ਆ ਰਹੇ ਸੀ ਹਰਿਮੰਦਰ ਸਾਹਿਬ, ਤੁਸੀਂ ਨਹੀਂ ਪਹੁੰਚ ਸਕੇ, ਰਾਹ ਦੇ ਵਿੱਚ ਗ੍ਰਿਫਤਾਰੀ ਹੋ ਗਈ, ਤੇ ਫਿਰ ਉਸ ਤੋਂ ਬਾਅਦ ਕਿੱਦਾਂ ਦਾ ਸਲੂਕ ਤੁਹਾਡੇ ਨਾਲ ਉਸ ਸਮੇਂ ਸਰਕਾਰ ਨੇ, ਜਾਂ ਕਹਿ ਲਓ ਕਿ ਇੱਥੋਂ ਦੇ ਲੀਡਰਾਂ ਨੇ ਤੁਹਾਡੀ ਕੋਈ ਸਾਰ ਲਈ? ਕਿਸ ਤਰੀਕੇ ਦੇ ਨਾਲ ਤੁਸੀਂ ਸਾਰੀ ਸਮੱਸਿਆਵਾਂ ਵਿੱਚੋਂ ਨਿਕਲ ਕੇ ਬਾਹਰ ਆਏ? ਉਹ ਵੀ ਇੱਕ ਦੌਰ ਸੀ ਜਦੋਂ ਅਸੀਂ ਬੈਰਕਾਂ ਛੱਡ ਕੇ, ਤੇ ਜਦੋਂ ਸਾਨੂੰ ਅਰੈਸਟ ਕਰ ਲਿਆ ਜੀ ਅਰੈਸਟ ਹੋ ਗਏ ਜੀ, ਰਸਤੇ ਵਿੱਚ ਤੁਸੀਂ ਅਰੈਸਟ ਹੋ ਗਏ ਜੀ, ਠੀਕ ਹੈ ਜੀ। ਸਾਡੇ ਅਫਸਰ ਗਏ, ਕਿਉਂਕਿ ਅਸੀਂ ਉਹ ਥਾਣੇਦਾਰ ਨੂੰ, ਇਹਨਾਂ ਨੇ, ਸਾਡੇ ਸਿੰਘ ਨੇ ਦਬਕਾ ਮਾਰਤਾ ਵੀ ਸਾਡੇ ਕੋਲ ਨਾ ਆਇਆ ਜੀ। ਤੜਕੇ ਫਿਰ ਜਦੋਂ ਸਾਡੇ ਅਫਸਰ ਗਏ, ਸਾਡੇ ਸੀਓ ਸਾਹਿਬ ਵੀ ਗਏ, ਸਾਡੇ ਅਫਸਰ ਗਏ, ਉਹ ਸਾਨੂੰ ਲੈ ਆਏ ਜੀ ਅਰੈਸਟ ਕਰਕੇ। ਉਸ ਤੋਂ ਬਾਅਦ 52 ਫੀਲਡ ਰੈਜੀਮੈਂਟ ਸੀ, ਉਹਨਾਂ ਦੀ ਭਰਤਪੁਰ ਪੋਸਟਿੰਗ ਸੀ, ਭਰਤਪੁਰ ਜੇਲ੍ਹ ਦੇ ਵਿੱਚ, ਬਹੁਤ ਵੱਡੀ ਰਾਜੇ ਮਹਾਰਾਜਿਆਂ ਦੀ ਜੇਲ੍ਹ ਆ, ਜਿਹਦੇ 'ਚ ਵੀ ਬਹੁਤ ਜ਼ਿਆਦਾ ਉਹਦੀਆਂ ਵੀ ਕਾਫੀ ਦੀਵਾਰਾਂ ਬਹੁਤ ਚੌੜੀਆਂ, ਹਾਂਜੀ 35 ਫੁੱਟ ਉੱਚੀ ਆ, ਤੇ ਛੋਟੇ ਛੋਟੇ ਕਮਰੇ ਸੀ, ਜਿਵੇਂ ਚੱਕੀ ਬੰਦ ਕਮਰੇ ਹੁੰਦੇ, ਇਸ ਤਰ੍ਹਾਂ ਦੇ ਕਮਰੇ ਸੀ, ਜਿਨ੍ਹਾਂ ਦੇ ਵਿੱਚ ਸਾਨੂੰ ਰੱਖਿਆ ਗਿਆ ਸਾਲ ਸਵਾ ਸਾਲ। ਉਸ ਤੋਂ ਬਾਅਦ ਸਾਨੂੰ ਸਜ਼ਾ ਹੋਈ ਜੀ। ਜਿਹੜੀ ਤੁਸੀਂ ਜਦੋਂ ਅਸੀਂ ਚਲੇ ਗਏ, ਜੇਲ੍ਹਾਂ ਦੇ ਵਿੱਚ ਚਲੇ ਗਏ, ਜਿਹੜੀ ਤੁਸੀਂ ਸਾਡੇ ਸਿਆਸੀ ਲੀਡਰਾਂ ਦੀ ਗੱਲ ਕਰਦੇ ਹੋ ਜੀ, ਵੀ ਇਹਨਾਂ ਨੇ ਕੋਈ ਤੁਹਾਡੀ ਸਾਰ ਲਈ, ਹੁਣ ਮੈਂ ਕੀ ਤੁਹਾਨੂੰ ਕਹਾਂ ਵੀ ਸਾਰ ਸਾਡੀ ਇੰਨੀ ਕੁ ਲਈ ਇਹਨਾਂ ਨੇ, ਇੱਕ ਵਾਰੀ ਆਪਦੇ ਮੂੰਹ ਇਹ ਸ਼ਬਦ ਕਹਿਤਾ ਵੀ ਉਹ ਸਾਡੇ ਧਰਮੀ ਫੌਜੀ ਆ, ਸਾਨੂੰ ਸਿਰਫ ਧਰਮੀ ਫੌਜੀਆਂ ਤੱਕ ਹੀ ਸੀਮਤ ਰੱਖਿਆ, ਉਸ ਤੋਂ ਬਸ ਇੰਨਾ ਸ਼ਬਦ ਵਰਤਿਆ ਵੀ ਉਹ ਸਾਡੇ ਧਰਮੀ ਫੌਜੀ ਨੇ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਨੇ। ਸਿਰਫ ਆਹ ਸਾਨੂੰ ਇਹਨਾਂ ਨੇ ਦਿੱਤਾ ਨਾ, ਇੱਕ ਧਰਮੀ ਫੌਜ, ਧਰਮ ਦੇ ਫੌਜੀ ਤਾਂ ਅਸੀਂ ਹੈਗੇ ਹੀ ਹੈਗੇ ਆ, ਤੇ ਇਹ ਸਾਨੂੰ ਨਾਂ ਦੇਣ ਵਾਲੇ ਆ। ਬਾਕੀ ਸਾਰ ਸੂਰ ਕੋਈ ਨਹੀਂ ਲਈ ਇਹਨਾਂ ਨੇ, ਨਾ ਕੋਈ ਸਾਡੇ ਪਰਿਵਾਰਾਂ ਦੀ ਸਾਰ ਲਈ ਪਿੱਛੋਂ, ਕਿਉਂਕਿ ਜਿੰਨਾ ਚਿਰ ਅਸੀਂ ਜੇਲ੍ਹਾਂ 'ਚ ਰਹੇ, ਹੁਣ ਚਲੋ ਅਸੀਂ ਤਾਂ 2-3 ਸਾਲ ਜੇਲ੍ਹਾਂ 'ਚ ਰਹੇ ਹਾਂ ਵੀ, ਪਹਿਲੋਂ ਅੰਡਰ ਕਸਟਡੀ ਰਹੇ, ਮੁੜ ਕੇ ਸਾਨੂੰ ਸਜ਼ਾ ਹੋ ਗਈ, ਅਸੀਂ ਜੇਲ੍ਹ 'ਚ ਰਹੇ, ਆਪਦੀਆਂ ਜੇਲ੍ਹਾਂ 'ਚ ਰਹੇ। ਤੇ ਜਿਹੜੇ ਸਾਡੇ ਵਿਚਾਰੇ 20-20 ਸਾਲ ਕੱਟ ਕੇ 12-12 ਸਾਲ, ਉਹਨਾਂ ਦੇ ਪਰਿਵਾਰ ਦਾ ਪਿੱਛੋਂ ਕੀ ਹਾਲ ਕੀ ਹੋਇਆ ਹੋਊਗਾ? ਪਰਿਵਾਰ ਨੂੰ ਮਿਲ ਨਹੀਂ ਦਿੱਤਾ ਗਿਆ ਜੇਲ੍ਹਾਂ ਦੇ ਵਿੱਚ, ਜਿਹੜੇ ਹੈਗੇ ਆ ਉਹਨਾਂ ਦੇ ਪਰਿਵਾਰਾਂ ਨੂੰ, ਸਾਡੇ ਧਰਮੀ ਫੌਜੀਆਂ ਨੂੰ ਮਿਲ ਨਹੀਂ ਦਿੱਤਾ ਗਿਆ ਬਿਲਕੁਲ ਇੱਥੋਂ ਤੱਕ। ਪਰ ਇਹਨਾਂ ਦੀ ਦੇਣ ਕੋਈ ਨਹੀਂ ਜੀ, ਨਾ ਕੋਈ ਸੈਂਟਰ ਵਾਲਿਆਂ ਦੀ ਦੇਣ ਸੀ, ਤੇ ਨਾ ਕੋਈ ਇਹਨਾਂ ਦੀ ਦੇਣ ਸੀ। ਜਿਹੜੇ ਹੱਥ ਖੜੇ ਕਰਕੇ ਆਪ ਬਾਹਰ ਆ ਗਏ ਜੀ, ਉਹ ਦੂਜਿਆਂ ਦੇ ਲਈ ਕਰ ਵੀ ਕੀ ਸਕਦੇ ਨੇ? ਹਾਂਜੀ, ਸਵਾਲ ਤਾਂ ਇਹ ਵੀ ਹੈ। ਉਸ ਤੋਂ ਅਗਲੀ ਗੱਲ, ਤੁਸੀਂ ਹੁਣ ਜਿੰਨੇ ਵੀ ਧਰਮੀ ਫੌਜੀ ਹੋ, ਇੱਕ ਗਰੁੱਪ ਦੇ ਵਿੱਚ ਵਿਚਰਦੇ ਹੋ, ਤੇ ਨਵਾਂ ਕੀ ਹੋ ਰਿਹਾ ਹੈ? ਭਵਿੱਖ ਨੂੰ ਲੈ ਕੇ ਬੰਦਾ ਆਸਬੰਦ ਰਹਿੰਦਾ ਤੇ ਯੋਜਨਾਵਾਂ ਲਿਖਦਾ ਰਹਿੰਦਾ, ਨਵਾਂ ਕੀ ਕਰ ਰਹੇ ਆ? ਤੁਸੀਂ ਆਹ ਗੱਲ ਜਿਹੜੀ ਆ ਨਾ, ਇਹ ਦਿਲ ਨੂੰ ਥੋੜੀ ਜਿਹੀ ਟੁੰਬ ਜੇ ਗਈ, ਕਿਉਂਕਿ ਮੈਂ ਤੁਹਾਡੇ ਚੈਨਲ ਦੇ ਥਰੂ ਜੀ, ਮੈਂ ਸਾਰੇ ਧਰਮੀ ਫੌਜੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ, ਹੱਥ ਜੋੜ ਕੇ, ਕਿ ਦੇਖੋ ਜਿਵੇਂ ਵੀ ਆਪਾਂ ਗਰੁੱਪ ਬਣਾ ਕੇ ਅੱਡ ਚੱਲਾਂਗੇ ਨਾ, ਸਾਡਾ ਕੁਝ ਨਹੀਂ ਜੇ ਬਣਨਾ ਬਿਲਕੁਲ। ਇਸ ਪਰਿਵਾਰ ਨੇ ਸਾਡਾ ਕੁਝ ਨਹੀਂ ਬਣਨ ਦੇਣਾ। ਪਹਿਲੀ ਗੱਲ ਤਾਂ ਸੱਚੇ ਪਾਤਸ਼ਾਹ ਸ਼ਾਇਦ ਹੋ ਸਕਦਾ ਇਸ ਪਰਿਵਾਰ ਨੂੰ ਸਾਡੇ ਮਗਰੋਂ ਲਾ ਹੀ ਦਊ, ਐਤਕੀ ਲੱਥ ਹੀ ਗਿਆ ਜੀ, ਤੇ ਅਗਲੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ, ਮੇਰੇ ਹਾਲ SGPC ਦੀ ਇਲੈਕਸ਼ਨ ਦੇ ਵਿੱਚ ਕੋਈ ਚੰਗੇ ਚਿਹਰੇ ਸਾਡੇ ਕੋਲ ਬਹੁਤ ਵਧੀਆ ਚਿਹਰੇ ਨੇ, ਚੰਗੇ ਜਾਣੀ ਇਹਨਾਂ ਦੇ ਜਿਹੜੇ ਮੈਂਬਰ ਨੇ SGPC, ਬਿਲਕੁਲ ਇਹਨਾਂ ਦੇ ਮੈਂਬਰਾਂ ਦੇ ਨਾਲੋਂ ਜਿਹੜੇ ਸਾਡੇ ਵਿਚਾਰੇ ਮੈਂਬਰ ਉਂਝ ਤੁਰੇ ਫਿਰਦੇ ਨਾ, ਜਿਹੜੇ ਗਿਆਨਵਾਨ ਲੋਕ, ਉਹ ਘਰਾਂ 'ਚ ਬੈਠੇ ਨੇ। ਉਹ ਕਿਉਂ ਘਰਾਂ 'ਚ ਬੈਠੇ? ਕਿਉਂਕਿ ਅਜੇ ਇਹ ਜਾਬਰ ਆ, ਜੋ ਮਰਿਆਦਾ ਜਾਣਦੇ ਨੇ, ਜੋ ਸਿਧਾਂਤ ਜਾਣਦੇ ਨੇ, ਜੋ ਸਿੱਖੀ ਨੂੰ ਪਿਆਰ ਕਰਦੇ ਨੇ, ਉਹ ਪਿੱਛੇ ਬੈਠੇ ਨੇ। ਜਿਹੜੇ ਨਿਤਨੇਮੀ ਆ ਬੰਦੇ, ਸਿੱਖੀ ਨੂੰ ਪਿਆਰ ਕਰਨ ਵਾਲੇ ਬੰਦੇ, ਉਹ ਘਰਾਂ 'ਚ ਲੁਕੇ ਬੈਠੇ ਆ, ਕਿਉਂਕਿ ਇਹਨਾਂ ਦਾ ਦਬਕਾ ਚੱਲਦਾ ਹੈ।
ਬਿਲਕੁਲ ਜਿੱਦਣ ਇਹਨਾਂ ਦਾ ਦਬਕਾ ਆ ਜਿਹੜੀ ਜਿਵੇਂ ਐਤਕੀ ਪਬਲਿਕ ਨੇ ਸਾਡੀ ਦਬਕਾ ਮੈਂ ਸਤਿਕਾਰਯੋਗ ਹੀ ਕਹੂੰਗਾ ਪਬਲਿਕ ਨੂੰ, ਬਿਲਕੁਲ। ਜਿਵੇਂ ਐਤਕੀ ਪਬਲਿਕ ਨੇ ਇਹਨਾਂ ਨੂੰ ਜਿਵੇਂ ਚੂਜ ਐਂਡ ਥਰੋ ਮਾਰਿਆ ਨਾ ਭੁਆ ਕੇ, ਜੀ ਐਵੇਂ ਕਦੇ ਗਾਂ ਅਗਲੀ ਆਉਣ ਵਾਲੀ ਜਿਹੜੀ SGPC ਦੀ ਇਲੈਕਸ਼ਨ ਆ ਉਹਦੇ ਵਿੱਚ ਇਹਦੇ 'ਚ ਵੀ ਮਾਰ ਦੇਣ ਤੇ ਇਹ ਇਹਨਾਂ ਦਾ ਦਿਮਾਗ ਟਿਕਾਣੇ ਆਜੂ, ਤੇ ਉਹ ਜਿਹੜੇ ਘਰਾਂ 'ਚ ਬੈਠੇ ਨੇ ਜੀ। ਉਹ ਆ ਜਾਣ ਬਾਹਰ ਤੇ ਉਹ ਸਿੱਖੀ ਨੂੰ ਕਿਤੇ ਦੀ ਕਿਤੇ ਲੈ ਕੇ ਜਾ ਸਕਦੇ ਨੇ। ਜੀ। ਤੇ ਮੈਂ ਜਿਹੜੀ ਬੇਨਤੀ ਕਰ ਰਿਹਾ ਹਾਂ ਧਰਮੀ ਧਾਰਮਿਕ ਫੌਜੀਆਂ ਦੀ, ਫੌਜੀਆਂ ਬਾਰੇ ਵੀ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਵੀ ਭਰਾਓ ਦੇਖੋ, ਮੇਰੀ ਬੇਨਤੀ ਮੰਨ ਲਓ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਜੇ ਕਹੋਗੇ ਤੇ ਮੈਂ ਤੁਹਾਡੇ ਚਰਨਾਂ 'ਚ ਵੀ ਹੱਥ ਲਾ ਦਾਂਗਾ। ਜੀ ਤੇ ਮੈਂ ਇੱਕੋ ਹੀ ਬੇਨਤੀ ਕਰਾਂਗਾ ਵੀ ਆਪੋ ਆਪਣੀਆਂ ਡਫਲੀਆਂ ਨਾ ਵਜਾਓ, ਬਿਲਕੁਲ ਇੱਕ ਪਲੇਟਫਾਰਮ ਤੇ ਇਕੱਠੇ ਹੋਏ। ਆਪਣੇ ਕੋਲ ਪਲੇਟਫਾਰਮ ਹੈਗਾ, ਬਿਲਕੁਲ ਹੈਗਾ ਜੀ। ਸਾਡੇ ਕੋਲ ਮੈਂ ਲਾਸਟ ਜਾ ਕੇ ਤੁਹਾਡੇ ਨਾਲ ਗੱਲ ਕਰਨੀ ਸੀ ਗੁਰੂ ਘਰ ਜਿਹੜਾ ਬਣਾ ਰਹੇ ਆ, ਜੀ ਪਰ ਚਲੋ ਜੀ, ਜੇ ਕਰੋ। ਤੁਹਾਡੀ ਆਗਿਆ ਹੋਵੇ ਜੀ ਕਰੋ। ਤੇ ਸਾਡੇ ਕੋਲ ਇੱਕ ਪਲੇਟਫਾਰਮ ਹੈਗਾ ਜੀ। ਜੀ ਸਾਡੇ 9 ਸਿੱਖ ਦੇ ਜੀ ਜਿਹੜੀ ਇਥੋਂ ਲਾਲਗੜ੍ਹ ਜੱਟਾਂ ਤੋਂ ਬੈਰਕਾਂ ਜਿਨ੍ਹਾਂ ਨੇ ਛੱਡੀਆਂ ਸੀ, ਛੱਡੀਆਂ ਸੀ ਉਹਦੇ 13 ਸਿੰਘ ਜਦੋਂ ਅਚਾਨਕ ਇਹਨਾਂ ਨੇ ਜਿਹੜੀ ਉਰਲੇ ਬੰਨੇ ਗੋਬਿੰਦਗੜ੍ਹ ਛਾਉਣੀ ਆ, ਜੀ ਇੱਥੋਂ ਦੀ ਫੌਜ ਨੇ ਜਦੋਂ ਫੱਟਿਆਂ ਦੇ ਉਹਲੇ ਲੁਕਿਆ ਹੋਇਆਂ ਨੇ, ਜਦੋਂ ਉੱਥੇ ਉਹ ਲਾਸਟ ਵਾਲੀਆਂ ਉਹਨਾਂ ਦੀਆਂ 3 ਗੱਡੀਆਂ ਆਈਆਂ, ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਉਹਨਾਂ ਦੇ 13 ਸਿੰਘ ਜਿਹੜੇ ਨਵੇਂ ਰਿਕਰੂਟ ਤੇ ਵਿੱਚ ਸੀਨੀਅਰ ਬੰਦੇ ਵੀ ਹੈਗੇ ਸੀ, ਉਹ ਸ਼ਹੀਦ ਕਰ ਦਿੱਤੇ ਜੀ। ਜੀ ਤੇ ਬਾਕੀ 26-27 ਸਿੰਘ ਉਹਨਾਂ ਦੇ ਫੱਟੜ ਹੋਏ। ਉਹਨਾਂ 'ਚ ਇੱਕ ਮੇਰਾ ਵੀਰ ਮੇਰੇ ਕੋਲ ਆਉਂਦਾ ਹੁੰਦਾ ਹੈ, ਆ ਥੋੜੇ ਦਿਨ ਪਹਿਲਾਂ ਆਇਆ ਸੀ, ਸਵਿੰਦਰ ਸਿੰਘ ਸ਼ਾਹੀ, ਜੀ ਉਹਦੀ ਜਬਾੜੇ 'ਚ ਗੋਲੀਆਂ ਲੱਗੀਆਂ ਜੀ। ਜੀ ਜਬਾੜੇ 'ਚ ਵੀ ਗੋਲੀਆਂ ਲੱਗੀਆਂ, ਛਾਤੀ 'ਚ ਵੀ ਲੱਗੀਆਂ, ਮੋਢੇ ਤੇ ਵੀ ਲੱਗੀਆਂ, ਜੀ ਤੇ ਕੰਡਮੀਆਂ ਬੰਦਾ ਪਰ ਚੜ੍ਹਦੀ ਕਲਾ ਵਾਲਾ। ਜੀ ਜਾਣੀ ਇਹੋ ਜਿਹੇ ਸਿੰਘ ਵੀ ਵਿੱਚ ਸੀਗੇ ਉਹਨਾਂ ਦੇ, ਉਹ ਜਾਣੀ ਸ਼ਹੀਦ ਤਾਂ ਨਹੀਂ ਹੋਏ, ਜੀ ਪਰ ਉਹ ਫੱਟੜ ਨਕਾਰੇ ਹੋ ਗਏ ਜੀ, ਫੱਟੜ ਨਕਾਰੇ ਹੋ ਹੋ ਗਏ। ਗਏ। ਤੇ ਉਸ ਤੋਂ ਬਾਅਦ ਸਾਡੀ ਯੂਨਿਟ ਦਾ ਵੀ ਸ਼ੀਤਲ ਸਿੰਘ ਸ਼ਹੀਦ ਹੋਇਆ। ਜੀ। ਜਿੰਨੇ ਵੀ ਅਸੀਂ ਸਾਰੇ 141 ਧਰਮੀ ਫੌਜੀ ਸ਼ਹੀਦ ਹੋਏ ਆ ਜੀ, ਜੀ ਜਿਹੜੇ ਉਹਨਾਂ ਦੀ ਅਸੀਂ ਯਾਦ ਦੇ ਵਿੱਚ ਇੱਥੇ ਫਲਾਈਓਵਰ ਜਿਹੜਾ ਅਬੋਹਰ ਵਾਲਾ, ਜਦੋਂ ਆਪਾਂ ਮਲੋੜ ਤੋਂ ਅਬੋਹਰ ਨੂੰ ਜਾਂਦੇ ਆ, ਜੀ। ਫਲਾਈਓਵਰ ਬਣਿਆ, ਉਹਦੇ ਸੱਜੇ ਪਾਸੇ ਇੱਕ ਛੋਟਾ ਜਿਹਾ ਗੁਰਦੁਆਰਾ, ਇੱਕ ਕਮਰਾ ਛੋਟਾ ਜਿਹਾ, ਜੀ ਉੱਥੇ ਅਸੀਂ ਉਹਨਾਂ ਨੂੰ ਯਾਦ ਨੂੰ ਸੰਭਾਲਿਆ ਹੈ। ਉੱਥੇ ਸਾਡੇ ਸਿੰਘਾਂ ਨੇ ਜਸਪਾਲ ਸਿੰਘ ਜਾਂ ਉਹਦੇ ਨਾਲ ਜਿਹੜੇ ਵੀ ਸਿੰਘ ਆਏ, ਬਲਦੇਵ ਸਿੰਘ ਜੀ, ਜੀ। ਉਹਨਾਂ ਨੇ ਆਣ ਕੇ ਉਹ ਥਾਂ ਦੀ ਪਛਾਣ ਕੀਤੀ ਜੀ। ਕਿ ਇੱਥੇ ਇੱਕ ਸਾਡੀ ਲੜਾਈ ਹੋਈ ਸੀ, ਇੱਥੇ ਇੱਕ ਸਾਡੇ ਤੇ ਜਾਣੀ ਚੱਲੀ ਸੀ, ਬੰਬਾਰਮੈਂਟ ਹੋਈ ਸੀ, ਗੋਲਾਬਾਰੀ ਹੋਈ ਸੀ, ਜੀ। ਤੇ ਇੱਥੇ ਸਾਡੇ ਸਿੰਘ ਸ਼ਹੀਦ ਹੋਏ ਸੀ। ਉੱਥੇ ਇੱਕ ਗੁਰਦੁਆਰਾ ਸਾਹਿਬ ਬਣ ਰਿਹਾ ਹੈ। ਸਾਡੇ ਕੋਲ ਉਹ ਇੱਕ ਪਲੇਟਫਾਰਮ ਹੈਗਾ ਜੀ, ਜਿੱਥੇ ਇਕੱਠੇ ਹੋਣਾ ਹੈ। ਜਿੱਥੇ ਇਕੱਠੇ ਹੋਣਾ। ਮੈਂ ਇੱਕ ਗੱਲ ਦੀ ਮਾਫੀ ਤੁਹਾਡੇ ਤੋਂ ਹੋਰ ਮੰਗਾਂਗਾ, ਗੁਰਦੁਆਰਾ ਸਾਹਿਬ ਬਹੁਤ ਨੇ ਜੀ ਅੱਜ ਕੱਲ, ਜਾਤਾਂ ਧਰਮਾਂ ਦੇ ਵਿੱਚ ਸਾਨੂੰ ਗੁਰੂ ਘਰਾਂ ਨੂੰ ਵੰਡਤਾ, ਜੀ ਤੇ ਸਾਡੇ ਗੁਰੂ ਘਰ ਇੱਕ ਪਿੰਡ ਦੇ ਵਿੱਚ 4-4 6-6 ਗੁਰਦੁਆਰਾ ਸਾਹਿਬ ਬਣ ਗਏ। ਬਿਲਕੁਲ ਜਦੋਂ ਕਿ ਇੱਕ ਗੁਰਦੁਆਰਾ ਸਾਹਿਬ ਹੁੰਦਾ ਸੀ ਨਾ, ਪਿੰਡ ਰਲ ਮਿਲ ਕੇ ਬਹਿੰਦਾ ਹੁੰਦਾ ਸੀ, ਬਿਲਕੁਲ ਤੇ ਗੁਰਬਾਣੀ ਵੀ ਸਾਨੂੰ ਇਹੋ ਉਪਦੇਸ਼ ਦਿੰਦੀ ਸੀ, ਬਿਲਕੁਲ ਹੋਵੋ ਇਕੱਤਰ, ਲੋ ਮੇਰੇ ਭਾਈ ਦੁੱਧ ਦਾ ਦੌਰ ਕਰੋ ਲਿਵ ਲਾਈ। ਜੀ ਤੇ ਉਸ ਟਾਈਮ ਤਾਂ ਸਾਡੀ ਏਕਾ ਹੁੰਦਾ ਸੀ ਪਿੰਡਾਂ ਦਾ। ਜੀ ਅੱਜ ਅਸੀਂ 6-6 7-7 ਗੁਰਦੁਆਰਾ ਸਾਹਿਬ ਬਣਾ ਕੇ ਨਾ ਕਿਤੇ ਨਾ ਕਿਤੇ ਅਸੀਂ ਪਿੰਡ ਖਿਲਰੇ ਪਏ ਹਾਂ, ਖਿਲਰ ਗਏ। ਵੀ ਅੱਧੇ ਇੱਕ ਇੱਧਰ ਹੋ ਗਏ, ਅੱਧੇ ਉਧਰ ਹੋ ਗਏ। ਮੈਂ ਉਹ ਨਹੀਂ ਕਹਿੰਦਾ ਵੀ ਅਸੀਂ ਵੀ ਇੱਕ ਗੁਰਦੁਆਰਾ ਹੋਰ, ਇੰਨਿਆਂ ਗੁਰਦੁਆਰਿਆਂ ਦੇ ਵਿੱਚ ਇੱਕ ਗੁਰਦੁਆਰਾ ਹੋਰ ਅਸੀਂ ਵੀ ਅੜਾ ਦਿੰਦੇ ਆ ਵੀ ਅਸੀਂ ਵੀ ਆਪ ਦਾ ਖੜਾ ਕਰ ਲੈਂਦੇ। ਮੈਂ ਉਹ ਗੁਰਦੁਆਰਾ ਨਹੀਂ, ਉਹ ਸਾਡੀ ਇੱਕ ਯਾਦਗਾਰ ਆ, ਮਿਊਜ਼ੀਅਮ ਹੈ, ਮਿਊਜ਼ੀਅਮ ਆ ਸਾਡਾ। ਉਹ ਗੁਰੂ ਘਰ ਨਹੀਂ, ਗੁਰੂ ਘਰ ਨਾ ਉਸ ਨੂੰ ਮੰਨੋ, ਜੀ ਉਹ ਸਾਡਾ ਇਤਿਹਾਸ ਆ, ਸਾਡਾ ਮਿਊਜ਼ੀਅਮ ਆ ਜੀ। ਜਿੱਥੇ ਉੱਥੇ 13 ਸਿੰਘਾਂ ਨੇ ਕੁਰਬਾਨੀ ਕੀਤੀ, ਸ਼ਹੀਦ। ਉੱਥੇ ਤੁਸੀਂ ਕਿਤੇ ਜਾਓਗੇ, ਤੁਹਾਡਾ ਟੂਰ ਹੋਇਆ ਉਧਰ ਦਾ, ਜੀ, ਦੇਖਿਆ ਜ਼ਰੂਰ ਜਿੱਥੇ ਜੀ। ਸਿੰਘਾਂ ਦੀਆਂ ਜਾਲੀਆਂ ਜਿਹੜੀਆਂ ਅਸੀਂ ਦਾੜੀਆਂ ਤੇ ਪਾਉਂਦੇ ਆ, ਜੀ ਉਹਨਾਂ ਦੇ ਆਹ ਰਿਬਨ, ਉਹਨਾਂ ਦੀਆਂ 50 ਜੀ, ਉਹਨਾਂ ਦੇ ਜਾਲੇ ਸਿਰ ਤੇ ਪਾਉਣ ਵਾਲੇ, ਜੀ ਯਾਨੀ ਇਹੋ ਜਿਹੀਆਂ ਚੀਜ਼ਾਂ ਉੱਥੇ ਤੁਸੀਂ ਡੱਬੇ ਦੇ ਵਿੱਚ ਅਸੀਂ ਰੱਖੀਆਂ। ਇੱਕ ਮਾਤਾ ਹੈ ਜੀ, ਉਹਨਾਂ ਨੇ 36-37 ਸਾਲ ਉਹ ਖਜ਼ਾਨਾ ਆਪਦੇ ਕੋਲ ਸੰਭਾਲ ਕੇ ਸਾਂਭ ਕੇ ਰੱਖਿਆ। ਰੱਖਿਆ। ਹੁਣ ਉਹ ਬਾਹਲੇ ਬਿਰਧ ਹੋ ਗਏ, ਹੁਣ ਪਿਛਲੇ ਸਾਲ ਉਹ ਸਾਨੂੰ ਉੱਥੇ ਖਜ਼ਾਨਾ ਦੇ ਗਏ, ਤੁਹਾਡੇ ਸਪੁਰਦ ਕਰਤਾ। ਸਾਡੇ ਸਪੁਰਦ ਕਰ ਗਏ। ਗੁਰੂ ਘਰ ਦੇ ਵਿੱਚ ਅਸੀਂ ਸ਼ੀਸ਼ੇ ਬਣਾ ਕੇ ਰੱਖਿਆ। ਉੱਥੇ ਅਸਕਰ ਮੁਕਾਬਲਾ ਉੱਥੇ ਹੋਇਆ ਸੀ ਤੇ ਫੇਰ ਹੀ ਉਹ ਮਿਲੀਆਂ। ਉਹ ਇਤਿਹਾਸ ਹੈ, ਉਹ ਇਤਿਹਾਸ ਹੈ ਜੀ ਸਾਡਾ। ਤੇ ਉੱਥੇ ਸਾਡਾ ਪਲੇਟਫਾਰਮ ਹੈਗਾ। ਮੈਂ ਸਾਰੇ ਧਰਮੀ ਫੌਜੀਆਂ ਨੂੰ ਕਹਾਂਗਾ, ਮੇਰੇ ਵੀਰਾਂ ਨੂੰ, ਵੀ ਆਪਣਾ ਪਲੇਟਫਾਰਮ ਕੁਦਰਤੀ ਸਾਨੂੰ ਉਹ ਸ਼ਹੀਦ ਬਣਾ ਕੇ ਦੇ ਗਏ ਨੇ। ਬਿਲਕੁਲ। ਤੇ ਤੁਸੀਂ ਆਓ ਉੱਥੇ ਇਕੱਠੇ ਹੋਈਏ, ਸਾਰੇ ਇੱਕ ਥਾਂ ਤੇ ਬਹਿ ਕੇ ਆਪਾਂ ਵਿਚਾਰ ਵਟਾਂਦਰਾ ਕਰੀਏ, ਆਪਾਂ ਅੱਡ ਨਾ ਹੋਈਏ। ਜੇ ਆਪਾਂ ਇਕੱਠੇ ਹੋ ਜਾਈਏ ਸਾਰੇ ਦੇ ਸਾਰੇ, 6200 ਬੰਦਾ ਕੋਈ ਥੋੜਾ ਨਹੀਂ ਹੁੰਦਾ। ਸਾਡੇ ਮਗਰ 2 ਵੋਟਾਂ ਦਾ ਹੋਣਗੀਆਂ ਯਾਰ। ਬਿਲਕੁਲ ਠੀਕ ਹੈ ਕਿ ਨਹੀਂ? 6200 ਬੰਦੇ ਦੇ ਪਿੱਛੇ ਬਹੁਤ ਪਰਿਵਾਰ ਨੇ, ਤੇ ਜੇ ਆਪਾਂ ਇਕੱਠੇ ਹੋ ਕੇ ਬਹਿ ਜਾਾਂਗੇ ਨਾ, ਤੇ ਆਪਾਂ ਸਭ ਕੁਛ ਹੀ ਜੋ ਜੋਧਪੁਰ ਵਾਲਿਆਂ ਨੂੰ ਜਿਨ੍ਹਾਂ ਨੇ ਹੱਥ ਖੜੇ ਕੇ, ਉਹ ਹੱਥ ਖੜੇ ਕਰਕੇ ਨਿਕਲੇ ਸੀ ਜੋਧਪੁਰ ਵਾਲੇ ਜੀ, ਅਸੀਂ ਹੱਥਾਂ 'ਚ ਰਾਈਫਲਾਂ ਲੈ ਕੇ ਨਿਕਲੇ ਸੀ। ਬਿਲਕੁਲ ਫਰਕ ਬੜਾ ਜੀ। ਬਿਲਕੁਲ ਉਹ ਹੱਥ ਖੜੇ ਕਰਕੇ ਨਿਕਲੇ ਆ, ਅਸੀਂ ਟਾਕਰਾ ਕਰਨ ਵਾਸਤੇ ਨਿਕਲੇ ਸੀ। ਤੇ ਸਾਡਾ ਯਾਰ ਉਹਨਾਂ ਦਾ ਜੇ ਜੋਧਪੁਰ ਵਾਲਿਆਂ ਦਾ ਨਾਂ ਹੋ ਸਕਦਾ, ਤੇ ਤੁਹਾਡਾ ਧਰਮੀ ਫੌਜੀਆਂ ਦਾ ਨਾਂ ਕਿਉਂ ਨਹੀਂ ਹੋ ਸਕਦਾ? ਤੁਹਾਡੇ 'ਚ ਵੀ SGPC ਮੈਂਬਰ ਹੋ ਸਕਦੇ ਆ, ਤੁਹਾਡੇ 'ਚ ਵੀ ਮੋਹਤਬਰ ਬੰਦੇ ਹੋ ਸਕਦੇ ਆ। ਬਿਲਕੁਲ। ਆਓ ਸਾਰੇ ਇਕੱਠੇ ਹੋਈਏ, ਉੱਥੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਰੇ ਜਾਣੇ ਏਕਾ ਕਰਕੇ ਸਹੁੰ ਖਾ ਕੇ ਉਹਨਾਂ ਸ਼ਹੀਦਾਂ ਦੀ ਵੀ ਅਸੀਂ ਕੋਈ ਦੁਬਦਾ ਨਹੀਂ ਪਾਵਾਂਗੇ, ਕੋਈ ਕੁਛ ਨਹੀਂ ਕਰਾਂਗੇ, ਤੇ ਇਕੱਠੇ ਹੋ ਕੇ ਤੇ ਗਰੁੱਪ ਬਣ ਕੇ ਇਹਨਾਂ ਨਾਲ ਲੜ ਕੇ ਵਿਖਾਈਏ। ਆਖਰੀ ਸਵਾਲ ਕਿ ਤੁਸੀਂ ਇੱਥੋਂ ਤੱਕ ਆਏ ਆਪਣੀ ਜ਼ਿੰਦਗੀ ਦੇ ਵਿੱਚ ਜੀ,
ਅੱਜ ਕੀ ਰੁਝਾਨ ਨੇ, ਕਿਸ ਤਰੀਕੇ ਨਾਲ ਤੋਰੀ ਫੁਲਕਾ ਚੱਲਦਾ ਜ਼ਿੰਦਗੀ ਦਾ, ਤੇ ਨਾਲ ਦੀ ਨਾਲ ਮੈਂ ਜੇਕਰ ਇੱਕ ਗੱਲ ਹੋਰ ਪੁੱਛ ਲਵਾਂ ਕਿ ਕੋਈ ਐਦਾਂ ਦੀ ਗੱਲ ਜਿਹੜੀ ਮੈਂ ਆਪਣੇ ਸਵਾਲਾਂ 'ਚ ਨਾ ਰੱਖ ਸਕਿਆ ਹੋਵਾਂ ਤੇ ਤੁਸੀਂ ਕਹਿਣੀ ਚਾਹੁੰਦੇ ਹੋ? ਜਿਹੜਾ ਤੋਰੀ ਫੁਲਕਾ ਦੀ ਗੱਲ ਕਰਦੇ ਹੋ ਜੀ, ਉਹ ਤਾਂ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਦਿੱਤਾ ਹੈ ਜੀ ਸਾਨੂੰ ਜੀ ਤਾਂ ਬੜਾ ਵਧੀਆ। ਅਸੀਂ ਪਾਤਸ਼ਾਹ ਅੱਗੇ ਇਹ ਅਰਦਾਸ ਕਰਾਂਗੇ ਵੀ ਜਿਹੜੇ ਸਾਡੇ ਭਰਾ ਕਈ ਇਸ ਤਰ੍ਹਾਂ ਦੇ ਹੈਗੇ ਨੇ ਜੀ ਜਿਹੜੇ ਰੋਟੀ ਤੋਂ ਆਤਰ ਨੇ, ਜੀ ਤੇ ਸੱਚੇ ਪਾਤਸ਼ਾਹ ਉਹਨਾਂ ਤੇ ਵੀ ਮਿਹਰ ਕਰ, ਜੀ ਕਿਸੇ ਨਾ ਕਿਸੇ ਪਾਸਿਓਂ ਆ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀ ਕੋਈ ਅਕਲ ਦੇ ਦੇ, ਜੀ ਜਾਂ ਆ ਸਾਡੇ ਚੌਧਰੀਆਂ ਨੂੰ ਕੋਈ ਅਕਲ ਦੇ ਦਿਓ, ਦੇ ਦਿਓ, ਕਿਸੇ ਮਾਨਦਾਲ ਵਾਲੇ ਨੂੰ ਕੋਈ ਅਕਲ ਦੇ ਦਿਓ, ਅਕਲ ਦੇ ਦਿਓ, ਕਿਸੇ ਬਾਦਲ ਦਾਲ ਵਾਲੇ ਨੂੰ ਕੋਈ ਅਕਲ ਦੇ ਦੇਵੇ। ਇਹਨਾਂ ਨੂੰ ਅਕਲ ਦਿਓ ਵੀ ਉਹ ਜਿਹੜੇ ਵਿਚਾਰੇ ਰੋਟੀ ਤੋਂ ਆਥਰ ਨੇ, ਟੁੱਟੇ ਕਮਰਿਆਂ ਦੇ ਵਿੱਚ ਰਹਿ ਰਹੇ ਨੇ, ਬਿਲਕੁਲ ਜਾਣੀ ਕੋਈ ਖੇਤੀ ਨਹੀਂ ਹੈਗੀ, ਕੁਛ ਨਹੀਂ ਹੈਗਾ ਉਹਨਾਂ ਕੋਲ, ਤੇ ਦਿਹਾੜੀਆਂ ਕਰਦੇ ਆ, ਰਕਸ਼ੇ ਚਲਾ ਕੇ ਸਾਡੇ ਧਰਮੇ ਫੌਜੀ ਹੋਵੇ, ਧਰਮੀ ਫੌਜੀ ਤੇ ਚਲਾਵੇ ਰਕਸ਼ਾ, ਕਿੱਥੇ ਸਾਡਾ ਧਰਮ ਜਾਊ ਫਿਰ ਇਹ। ਦਿਲ ਦੁਖਦਾ ਇਸ ਕਰਕੇ ਇਹ ਸਾਡਾ ਵੀ ਦਿਲ ਦੁਖਦਾ। ਅਸੀਂ ਕਹਿੰਦੇ ਹਾਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਇਹਨਾਂ ਨੂੰ ਸੋਝੀ ਦੇ, ਇਹ ਹੀ ਕੋਈ ਉਹਨਾਂ ਦੀ ਮਦਦ ਕਰ ਦੇਣ, ਕੋਈ ਥੋੜੀ ਬਾਲੀ ਉਹਨਾਂ ਦੀ ਪੈਨਸ਼ਨ ਲੱਗ ਜੇ। ਕਈ ਤਾਂ ਵਿਚਾਰੇ ਇਸ ਤਰ੍ਹਾਂ ਦੇ ਆ, ਚਲੋ ਮੈਨੂੰ ਤਾਂ ਪੈਨਸ਼ਨ ਮਿਲਦੀ ਆ ਕਿਉਂਕਿ ਮੈਂ ਸਮਰੀ ਕੋਰਟ ਮਾਰਸ਼ਲ ਸੀ ਮੇਰਾ, ਮੈਂ ਦੁਬਾਰਾ ਫੌਜ 'ਚ 16 ਸਾਲ 2 ਮਹੀਨੇ 16 ਦਿਨ ਨੌਕਰੀ ਕਰਕੇ ਆਇਆ, ਨੈਕੀ ਪੈਨਸ਼ਨ ਆਇਆ ਮੈਂ ਜੀ। ਤੇ ਮੈਂ ਚਾਹੁੰਦਾ ਆ ਵੀ ਸਾਨੂੰ ਤਾਂ ਪੈਨਸ਼ਨ ਮਿਲਦੀ, ਪਰ ਜਿਹੜੇ ਵਿਚਾਰਿਆਂ ਗਰੀਬਾਂ ਨੂੰ ਨਹੀਂ ਮਿਲਦੀ ਅਜੇ ਤੱਕ ਜੀ। ਇੱਕ ਵਾਰੀ ਬਾਦਲ ਸਾਹਿਬ ਨੇ ਆਖਿਆ ਸੀ ਅਸੀਂ 1500 ਰੁਪਈਆ ਦੇਵਾਂਗੇ, ਪਰ ਕਿਸੇ ਨੂੰ ਕੁਝ ਨਹੀਂ ਮਿਲਿਆ, ਇਹਨਾਂ ਦੀਆਂ ਸਿਰਫ ਲਾਰੇ ਆ। ਤੇ ਉਹ ਅਸੀਂ ਇਹ ਹੀ ਕਹਾਂਗੇ ਵੀ ਉਹਨਾਂ ਨੂੰ, ਇਹਨਾਂ ਨੂੰ ਸੋਝੀ ਦੇਵੇ ਗੁਰੂ ਰਾਮਦਾਸ, ਤੇ ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਦੇ ਖਾਣ ਪੀਣ ਨੂੰ ਮਿਲ ਜਾਵੇ। ਜਦੋਂ ਤੁਸੀਂ ਦੁਬਾਰਾ ਫੌਜ 'ਚ ਗਏ ਫਿਰ ਇਹ ਸਾਬਤ ਸਬੂਤ ਹੀ ਗਏ ਇਸ ਰੂਪ ਵਿੱਚ, ਇਸ ਵਿੱਚ, ਜਾਂ ਇਹ ਫਿਰ ਤੁਸੀਂ ਜੋ ਅੰਮ੍ਰਿਤ ਪਾਨ ਕੀਤਾ ਹੈ ਬਾਅਦ ਵਿੱਚ ਕੀਤਾ ਹੈ? ਜਿਹੜਾ ਅੰਮ੍ਰਿਤ ਪਾਨ ਕੀਤਾ ਜੀ, ਇਹ ਮੈਂ ਬਾਅਦ 'ਚ ਕੀਤਾ ਹੈ ਜੀ। ਯਾਨੀ 25 ਤਰੀਕ ਨੂੰ ਅਸੀਂ 25 ਮਈ ਨੂੰ ਅਸੀਂ ਤੁਰੇ ਸਾਂ ਜੀ NGP ਤੋਂ, ਨਿਊ ਜਲਪਾਈਗੁੜੀ ਜੀ, ਇਹਦੇ 'ਚ ਬੰਗਾਲ ਦੇ ਵਿੱਚ ਜੀ। ਉਦੋਂ ਮੈਂ ਉੱਥੋਂ ਕੇਸ ਤੇ ਦਾੜੀ ਬਣਾ ਕੇ ਤੁਰਿਆ ਜੀ। ਤੇ ਉਸ ਤੋਂ ਬਾਅਦ ਆਉਂਦਿਆਂ ਸਾਰ ਹੀ ਅਸੀਂ ਫਿਰ ਜਦੋਂ ਇੱਥੇ ਪਹੁੰਚੇ ਹਾਂ 10 ਤਰੀਕ ਨੂੰ, 10 ਜੂਨ ਨੂੰ ਅਸੀਂ ਬੈਰਕਾਂ ਛੱਡ ਗਏ ਜੀ। ਉਸ ਤੋਂ ਬਾਅਦ ਕਕਾਰ ਜਿਹੜੇ ਆਹ ਮਹਾਰਾਜ ਨੇ ਦਿੱਤੇ ਕੇਸ ਵਗੈਰਾ, ਇਹਨਾਂ ਦੀ ਬੇਅਦਬੀ ਨਹੀਂ ਕੀਤੀ। ਹਾਂ, ਅੰਮ੍ਰਿਤ ਮੈਂ ਆਣ ਕੇ ਜਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਭਰਤੀ ਹੋਇਆ, ਅੰਮ੍ਰਿਤ ਆਣ ਕੇ ਸ੍ਰੀ ਮੁਕਤਸਰ ਸਾਹਿਬ ਦਰਬਾਰ ਸਾਹਿਬ 'ਚੋਂ ਛਕਿਆ ਪੁੰਨੇ ਵਾਲੇ ਦਿਨ। ਤੇ ਤੁਸੀਂ ਫਿਰ ਉੱਥੇ ਨੌਕਰੀ ਕਰ ਰਹੇ ਹੋ ਜੀ ਹੁਣ SGPC ਵਿੱਚ? ਮੈਂ SGPC 'ਚ ਨੌਕਰੀ ਕਰ ਰਿਹਾ ਜਿਵੇਂ 2018 ਦੇ ਵਿੱਚ ਉਧਰੋਂ ਰਿਟਾਇਰ ਹੋ ਗਿਆ। ਤੁਸੀਂ ਤਾਂ ਫਿਰ SGPC ਨੂੰ ਨੇੜੋਂ ਜਾਣਦੇ ਹੋਵੋਗੇ? ਕੁਛ ਕਿਉਂਕਿ ਮੈਂ SGPC ਦੇ ਵਿੱਚ ਰਹਿੰਦਿਆਂ ਵੀ ਉੱਥੇ ਅੰਮ੍ਰਿਤਸਰ ਬਹੁਤ ਘੱਟ ਰਿਹਾ ਜੀ। ਮੈਂ ਜ਼ਿਆਦਾ ਜਲਾਲਾਬਾਦ ਖੇਤੀ ਫਾਰਮ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ 200 ਕਿੱਲਾ ਜ਼ਮੀਨ ਹੈ ਇੱਥੇ ਜੀ, ਇੱਥੇ ਰਿਹਾ ਜੀ ਜ਼ਿਆਦਾ। ਜਾਂ ਮੈਂ ਧਰਮ ਪ੍ਰਚਾਰ ਲਹਿਰ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ, ਅੰਮ੍ਰਿਤ ਛਕਾਉਣਾ। 5 ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਉਂਦੇ ਸੀ, ਕਦੀ ਕਦੀ 5 ਪਿਆਰੇ ਸ੍ਰੀ ਦਮਦਮਾ ਸਾਹਿਬ ਤੋਂ ਵੀ ਆ ਜਾਂਦੇ ਸੀ, ਤੇ ਉਹਨਾਂ ਦੇ ਨਾਲ ਰਿਹਾ ਜੀ। ਜੋ ਧਰਮੀ ਫੌਜੀਆਂ ਦਾ ਮਿਊਜ਼ੀਅਮ ਬਣ ਰਿਹਾ ਹੈ, ਮੈਂ ਗੁਰਦੁਆਰਾ ਸਾਹਿਬ ਸ਼ਬਦ ਬਹੁਤ ਵੱਡਾ ਹੈ, ਮੈਂ ਉਹ ਸ਼ਬਦ ਵੀ ਵਰਤਣਾ ਚਾਹੂੰਗਾ, ਪਰ ਮੈਂ ਮਿਊਜ਼ੀਅਮ ਤਾਂ ਵਰਤਦਾ ਕਿਉਂਕਿ ਸਾਡਾ ਉੱਥੇ ਇਤਿਹਾਸ ਸਾਂਭਿਆ ਜਾਊਗਾ ਧਰਮੀ ਫੌਜੀਆਂ ਦਾ। ਜੇਕਰ ਉਹਦੇ ਵਿੱਚ ਕੋਈ ਸਾਡਾ NRI ਵੀਰ, ਸਾਡਾ ਚੈਨਲ ਵਿਰਾਸਤ ਮੀਡੀਆ ਜੋ ਬਾਹਰ ਚੱਲਦਾ ਹੈ, ਹਾਂਜੀ, ਉੱਥੋਂ ਤੁਹਾਡੀ ਮਦਦ ਕਰਨੀ ਚਾਹਵੇ, ਤੁਹਾਡੇ ਟਰਸਟ ਨਾਲ ਜੁੜਨਾ ਚਾਹਵੇ, ਤਾਂ ਕੋਈ ਸਾਂਝਾ ਪਲੇਟਫਾਰਮ ਹੈ, ਤੁਸੀਂ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ। ਅਸੀਂ ਬਾਅਦ ਵਿੱਚ ਆਪਣੇ ਦਰਸ਼ਕਾਂ ਤੱਕ ਤੁਹਾਡੀ ਆਵਾਜ਼ ਜ਼ਰੂਰ ਪਹੁੰਚਾਵਾਂਗੇ। ਮੈਂ ਰਿਕੁਐਸਟ ਵੀ ਕਰਨੀ ਚਾਹੁੰਦਾ ਜੀ ਤੁਹਾਡੇ ਚੈਨਲ ਦੇ ਥਰੂ, ਜੀ, ਜਿਹੜੇ ਸਾਡੇ ਬਾਹਰ ਬੈਠੇ ਕੈਨੇਡਾ, ਅਮਰੀਕਾ, ਮਾਫ ਕਰਨਾ, ਸਾਨੂੰ ਮਾਣ ਹੋਊਗਾ, ਇਹ ਤੁਹਾਡੀ ਬੇਨਤੀ ਨਹੀਂ, ਸਾਡੇ ਲਈ ਹੁਕਮ ਹੋਊਗਾ ਕਿ ਤੁਹਾਡਾ ਕਿੱਡਾ ਵੱਡਾ ਯੋਗਦਾਨ, ਤੇ ਅਸੀਂ ਇੱਕ ਬੇਨਤੀ ਕਰਾਂਗੇ ਆਪਣੇ ਇਸ ਮੀਡੀਆ ਤੋਂ ਕਿ ਤੁਸੀਂ ਪੁੰਨਦਾਨ ਕਰੋ, ਤੁਸੀਂ ਹਰ ਇੱਕ ਨਾਲ ਖੜੋ, ਪਰ ਆਪਣਾ ਵਿਰਸਾ ਵੀ ਸਾਂਭੋ। ਸਾਡੇ ਟੀਵੀ ਦਾ ਨਾਮ ਵੀ ਵਿਰਾਸਤ ਹੈ, ਅਸੀਂ ਵਿਰਸੇ ਲਈ ਕੰਮ ਕਰਦੇ ਹਾਂ, ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਦੱਸੋ ਜ਼ਰੂਰ ਕਿ ਤੁਹਾਡੀ ਮਦਦ ਨਹੀਂ, ਕਹਿਣ ਦਾ ਭਾਵ ਕਿ ਉਸ ਮਿਊਜ਼ੀਅਮ ਦੇ ਵਿੱਚ ਅਸੀਂ ਤਿਲ-ਫੁੱਲ ਕਿਵੇਂ ਹਿੱਸਾ ਪਾ ਸਕਦੇ ਹਾਂ। ਮੈਂ ਨਾ ਚਲੋ ਤੁਸੀਂ ਬਹੁਤ ਵਧੀਆ ਕੀਤਾ, ਤੁਸੀਂ ਇਹ ਮੇਰੇ ਲੈਣ ਦਾ ਦਿਮਾਗ 'ਚ ਮੇਰੀ ਪਹਿਲੋਂ ਜਦੋਂ ਮੈਂ ਸੋਚ ਰਿਹਾ ਸੀ ਉਦੋਂ ਕਿਹਾ ਕਿ ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਜੀ ਵੀ ਸਾਡੇ ਜਿਹੜੇ ਬਾਹਰ ਬੈਠੇ NRI ਭਰਾ ਨੇ, ਅਮਰੀਕਾ, ਕੈਨੇਡਾ, ਕਿਤੇ ਵੀ ਬੈਠੇ ਨੇ, ਆਪਦੀ ਰੋਜੀ ਰੋਟੀ ਕਮਾਉਣ ਖਾਏ ਗਏ ਨੇ, ਸਤਿਗੁਰੂ ਨੇ ਉਹਨਾਂ ਨੂੰ ਭਾਗ ਲਾਏ ਆ, ਤੇ ਅਸੀਂ ਦਿਲੋਂ ਚਾਹੁੰਦੇ ਹਾਂ ਵੀ ਅਰਦਾਸ ਵੀ ਕਰਦੇ ਹਾਂ ਵੀ ਸਤਿਗੁਰੂ ਉਹਨਾਂ ਨੂੰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਹੋਰ ਭਾਗ ਲਾਵੇ, ਹੋਰ ਉੱਚੇ ਚੱਕੇ ਜੀ। ਤੇ ਨਾਲ ਦੀ ਨਾਲ ਮੈਂ ਬੇਨਤੀ ਕਰਾਂਗਾ, ਜਿਵੇਂ ਤੁਸੀਂ ਸ਼ਬਦ ਵਰਤਿਆ ਹੈ ਵੀ ਗੁਰਦੁਆਰਾ ਸਾਹਿਬ ਤਾਂ ਬਹੁਤ ਜ਼ਿਆਦਾ ਨੇ, ਬਿਲਕੁਲ ਠੀਕ ਹੈ ਜੀ, ਮਾਫ ਕਰਨਾ, ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਨੇ। ਅਸੀਂ ਗੁਰਦੁਆਰਾ ਸਾਹਿਬ ਤਾਂ ਸਾਡਾ ਹੈਗਾ ਹੀ ਆ ਸਤਿਕਾਰ, ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ, ਬਿਲਕੁਲ, ਤੇ ਉਹ ਉੱਥੇ ਤਾਂ ਸਤਿਕਾਰ ਹੈਗਾ ਹੀ ਹੈ। ਜਿਹੜਾ ਤੁਸੀਂ ਮਿਊਜ਼ੀਅਮ ਸ਼ਬਦ ਵਰਤਿਆ ਨਾ, ਮੈਨੂੰ ਇਹ ਵੀ ਜ਼ਿਆਦਾ ਪਸੰਦ ਆ ਵੀ ਅਸੀਂ ਉਹ ਯਾਦਗਾਰ ਬਣਾਈਏ ਧਰਮੀ ਫੌਜੀਆਂ ਦੀ, ਤੇ ਮੇਰਾ ਖਿਆਲ ਵੀ ਵਰਲਡ ਦੇ ਵਿੱਚ ਇੱਕ ਹੀ ਥਾਂ ਹੋਊਗੀ ਅਬੋਹਰ, ਵਰਲਡ ਦੇ ਵਿੱਚ ਇੱਕੋ ਹੀ ਅਬੋਹਰ ਥਾਂ ਹੋਊਗੀ ਜਿੱਥੇ ਧਰਮੀ ਫੌਜੀਆਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਊਗਾ। ਤੇ ਮੈਂ ਆਪਦੇ NRI ਵੀਰਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਜਿਹੜੇ ਵੀ ਸਾਡਾ ਤੁਹਾਡਾ ਪ੍ਰੋਗਰਾਮ ਦੇਖ ਰਹੇ ਨੇ, ਮੈਂ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਜਿੰਨੀ ਵੀ ਤੁਸੀਂ ਮਦਦ ਕਰ ਸਕਦੇ ਹੋ,
ਅਸੀਂ ਕੋਈ ਘਰ ਵਾਸਤੇ ਨਹੀਂ ਸਾਨੂੰ ਚਾਹੀਦੇ ਜੀ। ਨਾ ਸਾਡੇ ਵਾਸਤੇ ਤੁਸੀਂ ਭੇਜਿਆ ਹੀ ਜੀ। ਜੀ। ਮੈਂ ਇਹ ਵੀ ਬੇਨਤੀ ਕਰਾਂਗਾ ਕਿ ਵੀ ਜਿਹੜੇ ਤੁਸੀਂ ਧਰਮੀ ਫੌਜੀਆਂ ਦੇ ਨਾਂ ਤੇ ਉਧਰੋਂ ਪੈਸੇ ਭੇਜਦੇ ਹੋ ਜੀ, ਤੇ ਉਹ ਕਿਸੇ ਬਾਬੇ ਨੂੰ, ਕਿਸੇ ਚੋਲੇ ਵਾਲੇ ਸਾਧ ਨੂੰ, ਜਾਂ ਇਹਨਾਂ ਬਾਦਲਕਿਆਂ ਨੂੰ, ਜਾਂ ਕਿਸੇ ਹੋਰ ਨੂੰ, ਦੂਜੇ ਤੀਜੇ ਨੂੰ ਭੇਜਦੇ ਆ, ਬਿਲਕੁਲ ਨਾ ਭੇਜੋ। ਸਾਨੂੰ ਨਹੀਂ ਜੇ ਮਿਲਦੇ, ਨਹੀਂ ਮਿਲਦੇ ਸਾਨੂੰ ਨਹੀਂ ਜੇ ਮਿਲਦੇ। ਇਹ ਸਿਰਫ ਆਪਦੇ ਹੀ ਜਿਹੜੇ ਹੈਗੇ ਆ ਹਿੱਤ ਪਾਲਦੇ ਆ। ਹਾਂ ਜੀ, ਆਪਦਾ ਢੇਡੀ ਭਰਦੇ ਆ, ਸਾਨੂੰ ਕੁਝ ਨਹੀਂ ਜੇ ਮਿਲਦਾ। ਇਹ ਮੇਰੀ ਬੇਨਤੀ ਹੈ ਵੀ ਇਹ ਨਾ ਭੇਜੋ। ਹਾਂ, ਗੁਰੂ ਘਰ ਵਾਸਤੇ ਜੋ ਮਿਊਜ਼ੀਅਮ ਤੁਸੀਂ ਸ਼ਬਦ ਵਰਤਿਆ, ਉਹਦੇ ਵਾਸਤੇ ਮੈਂ ਜ਼ਰੂਰ ਬੇਨਤੀ ਕਰਾਂਗਾ ਵੀ ਜ਼ਰੂਰ ਕੁਛ ਨਾ ਕੁਛ ਤਿਲ ਫੁੱਲ। ਮੈਂ ਤੁਹਾਨੂੰ ਅਕਾਊਂਟ ਨੰਬਰ ਗੁਰਦੁਆਰਾ ਸਾਹਿਬ ਦਾ, ਜਿਹੜਾ ਕਿ ਧਰਮੀ ਫੌਜੀਆਂ ਦੇ ਨਾਂ ਤੇ ਗੁਰੂ ਘਰ ਬਣਿਆ ਹੈ, ਗੁਰਦੁਆਰਾ ਧਰਮੀ ਫੌਜੀ ਵੈਲਫੇਅਰ ਸੁਸਾਇਟੀ, ਉਹਦਾ ਮੈਂ ਤੁਹਾਨੂੰ ਸਾਰਾ ਅਕਾਊਂਟ ਨੰਬਰ ਵੀ ਦੇ ਜੂੰ, ਸਭ ਕੁਝ ਦੇ ਦੂੰ, ਤੁਹਾਡੇ ਚੈਨਲ ਨੂੰ ਦੇ ਦੇਣਾ। ਤੁਸੀਂ ਅੱਗੇ ਇਹਨਾਂ ਨੂੰ, ਮੇਰੇ ਵੀਰਾਂ ਨੂੰ ਬੇਨਤੀ ਤੁਸੀਂ ਵੀ ਕਰਿਆ ਜੀ ਵੀ ਵੱਧ ਤੋਂ ਵੱਧ ਜਿੰਨੀ ਵੀ ਸਾਡੀ ਮਦਦ ਹੋ ਸਕੇ ਬਣਾਈਏ। ਸਾਡੀ ਜਿਹੜੀ 13 ਸਿੰਘ ਸਾਡੇ ਸ਼ਹੀਦ ਹੋਏ ਸੀ ਉੱਥੇ, ਤੇ ਸਾਡੀ ਦਿਲੀ ਤਮੰਨਾ ਵੀ ਇਹ ਆ ਵੀ ਜੇ ਤੁਸੀਂ ਸਾਰੇ NRI ਭਰਾ ਸਾਰੇ ਰਲ ਕੇ ਸਾਨੂੰ 13 ਮੰਜ਼ਲਾ ਉੱਥੇ ਬਣਾ ਦਿਓ ਨਾ ਜੀ, ਤੇ ਇੱਕ ਬਹੁਤ ਹੀ ਵੱਡਾ ਮਿਊਜ਼ੀਅਮ ਬਣ ਜਾਊਗਾ, ਬਹੁਤ ਹੀ ਵੱਡੀ ਯਾਦਗਾਰ ਬਣ ਜੂਗੀ, ਜਿਹੜੀ ਵੀ ਜ਼ਿੰਦਗੀ ਸਦੀਆਂ ਭਰ ਆਪਣੀ ਇਸੇ ਤਰ੍ਹਾਂ ਸਾਨੂੰ ਯਾਦ ਰਹੂਗਾ ਜੀ। ਹਾਂਜੀ, ਤੁਸੀਂ ਵਿਰਾਸਤ ਮੀਡੀਆ ਨਾਲ ਜੁੜੇ, ਐਡਾ ਵੱਡਾ ਇਤਿਹਾਸ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਧੰਨਵਾਦ ਜੀ। ਤੁਸੀਂ ਸਾਡੀ ਜਿਹੜੀ ਆਵਾਜ਼ ਹੋ, ਵਿਰਾਸਤ ਮੀਡੀਆ ਵਾਲੇ, TV ਵਾਲੇ, ਸਾਡੀ ਆਵਾਜ਼ ਤੁਸੀਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਪਹੁੰਚਾ ਰਹੇ ਹੋ। ਤੁਹਾਡਾ YouTube ਵੀ ਚੈਨਲ ਵੀ ਚੱਲੂਗਾ, ਸਾਡੇ ਪੰਜਾਬ 'ਚ ਵੀ ਚੱਲੂ, ਸਾਡੇ ਹਿੰਦੁਸਤਾਨ 'ਚ ਵੀ ਚੱਲੂ, ਇੰਡੀਆ 'ਚ ਚੱਲੂਗਾ। ਸੋ ਤੁਹਾਡਾ ਵੀ ਮੈਂ ਬਹੁਤ ਬਹੁਤ ਸਾਰੇ ਸਮੂਹ ਧਰਮੀ ਫੌਜੀਆਂ ਵੱਲੋਂ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸਾਡੇ ਨਾਲ ਇੱਕ ਧਰਮੀ ਫੌਜੀ। ਅੱਖ ਨਾਮ ਹੈ, ਵਿਰਸੇ ਤੇ ਮਾਣ ਹੈ। ਮਾਣ ਇਸ ਗੱਲ ਦਾ ਹੈ ਕਿ ਮੈਂ ਪੰਜਾਬ ਦੀ ਧਰਤੀ ਤੇ ਜਾਇਆ, ਜਿਹਦੇ ਇਤਿਹਾਸ ਦੇ ਵਿੱਚੋਂ ਅਣਖਾਂ ਉਗਦੀਆਂ ਨੇ ਤੇ ਕੁਰਬਾਨੀਆਂ ਜਨਮ ਲੈਂਦੀਆਂ ਨੇ। ਮੈਂ ਕੁਝ ਇਸ ਤੋਂ ਅੱਗੇ ਸ਼ਬਦ ਕਹਿਣੇ ਨਹੀਂ ਚਾਹੁੰਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ।